हाँ जी दोस्तों, अज की जिहड़ी वीडियो आ इहदे विच आपां गल करांगे क्रैडिट स्कोर दी। पिछले तकरीबन 15 कुछ साल तो मैं फाइनैंशियल फील्ड दे विच इंश्योरेंस इंडस्ट्री च काम कर रहा ते अपनी कम्यूनिटी च पिछले सालां च विचरदिआं मैं काफ़ी चिर तो महसूस करदा सीगा कि बहुत सारियां चीज़ां फाइनैंस नाल रिलेटेड, इंश्योरेंस नाल रिलेटेड, इन्वैसटमैंट नाल, बैंकिंग नाल रिलेटेड भी उहदे बारे साडी कम्यूनिटी च बहुत सारियां मिथ हैगियां, बहुत सारी मिस इनफॉर्मेशन हैगी आ जां बिल्कुल इनफॉर्मेशन नहीं। तो उस गल नूं ध्यान च रखदिआं ते आपां एक फाइनैंशियल फील्ड नाल संबंधित ਵੱਖ-ਵੱਖ विषयां ते वीडियो बनाउणियां मैं शुरू कीतियां सीगीआं। ते अज दी वीडियो च आपां क्रैडिट स्कोर बारे गल करांगे। क्रैडिट स्कोर जिहड़ा आ ਉਹ वन ऑफ द मेजर थिंग हैगी आ जिहड़ी अपनी लाइफ दी कैनेडा दे विच जां वैसटर्न वर्ल्ड दे विच, क्योंकि इत्थे दा जिहड़ा सिस्टम आ ਉਹਦੇ ਵਿੱਚ ਆਪਾਂ ਲੋਨ ਲਏ ਤੋਂ ਬਿਨਾ, ਕ੍ਰੈਡਿਟ ਕਾਰਡ ਤੋਂ ਬਿਨਾ ਤੇ ਮੌਰਗੇਜ ਤੋਂ ਬਿਨਾ ਅਸੀਂ ਇੱਥੇ ਚੱਲ ਨਹੀਂ ਸਕਦੇ। ਤੇ ਸਾਡਾ ਜਿਹੜਾ ਕ੍ਰੈਡਿਟ ਕਾਰਡ ਜਾਂ ਕ੍ਰੈਡਿਟ ਸਕੋਰ ਆ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸਾਡੀ ਲਾਈਫ ਦਾ ਹਿੱਸਾ ਹੈਗਾ ਤੇ ਉਹਦੇ ਬਾਰੇ ਸਾਨੂੰ ਬਹੁਤ ਘੱਟ ਜਾਣਕਾਰੀ ਆ ਮੇਰੀ ਨੌਲੇਜ ਦੇ ਮੁਤਾਬਕ। ਤੇ ਅੱਜ ਆਪਾਂ ਗੱਲ ਕਰਾਂਗੇ ਵੀ ਕ੍ਰੈਡਿਟ ਸਕੋਰ ਕੀ ਹੁੰਦਾ ਤੇ ਇਹਦੀ ਲੋੜ ਕਿਉਂ ਹੈਗੀ ਆ ਤੇ ਇਹ ਜੇ ਸਾਡਾ ਘੱਟ ਆ ਕ੍ਰੈਡਿਟ ਸਕੋਰ ਤਾਂ ਉਹਦੇ ਨਾਲ ਕੀ ਕੀ ਨੁਕਸਾਨ ਹੁੰਦੇ ਆ ਤੇ ਜੇ ਆਪਣਾ ਕ੍ਰੈਡਿਟ ਸਕੋਰ ਘੱਟ ਆ ਉਹਨੂੰ ਕਿੱਦਾਂ ਆਪਾਂ ਇੰਪਰੂਵ ਕਰ ਸਕਦੇ ਆ ਤੇ ਤਾਂ ਕਿ ਸਾਨੂੰ ਅਸੀਂ ਇਹਦਾ ਜਿਹੜਾ ਆ ਵੱਧ ਤੋਂ ਵੱਧ ਬੈਨੀਫਿਟ ਲੈ ਸਕੀਏ। ਜਿਹੜਾ ਕ੍ਰੈਡਿਟ ਸਕੋਰ ਕੀ ਆ ਕਿ ਜੋ ਵੀ ਅਸੀਂ ਕਿਸੇ ਤੇ ਬੈਂਕਾਂ ਤੋਂ, ਟਰਸਟ ਕੰਪਨੀਆਂ ਤੋਂ ਕੋਈ ਵੀ ਲੈਂਡਿੰਗ ਦਾ ਕੰਮ ਕਰਦੇ ਆ, ਮਨੀ ਲੈਣੀ ਆ ਉਹਨਾਂ ਤੋਂ ਬੋਰੋ ਕਰਦੇ ਆ, ਉਹਦੇ ਉਹ ਲੈਣ ਦੇ ਲਈ ਇੱਕ ਉਹਨਾਂ ਨੇ ਨੰਬਰ ਬਣਾਇਆ ਜਿਹੜਾ 300 ਤੋਂ ਲੈ ਕੇ ਤਕਰੀਬਨ 900 ਦੇ ਵਿੱਚ ਹੁੰਦਾ। ਤੇ ਕੈਨੇਡਾ ਦੇ ਵਿੱਚ ਐਵਰੇਜ ਜਿਹੜਾ ਨੰਬਰ ਆ ਉਹ 650 ਹੈਗਾ। ਤੇ ਜੇ ਤੁਹਾਡਾ ਸਕੋਰ ਜਿਹੜਾ 600 ਤੋਂ ਘੱਟ ਆ ਤੇ ਤੁਹਾਨੂੰ ਆਲਵੇਜ਼ ਪ੍ਰੋਬਲਮ ਰਹਿਣੀ ਆ ਕੋਈ ਵੀ ਲੋਨ ਲੈਣ ਲਈ। ਤੇ ਜੇ ਤੁਹਾਡਾ ਸਕੋਰ 700 750 ਤੋਂ ਉੱਪਰ ਆ ਤੇ ਤੁਸੀਂ ਵਧੀਆ ਢੰਗ ਨਾਲ ਵਧੀਆ ਬੈਂਕ ਤੋਂ ਵਧੀਆ ਰੇਟ ਤੇ ਕਿਸੇ ਟਾਈਮ ਵੀ ਲੋਨ, ਮੌਰਗੇਜ ਵਗੈਰਾ ਲੈ ਸਕਦੇ ਆ। ਤੇ ਕੈਨੇਡਾ ਦੇ ਵਿੱਚ 2 ਏਜੰਸੀਆਂ ਹੈਗੀਆਂ ਜਿਹੜੀਆਂ ਇਹ ਸਾਡਾ ਕ੍ਰੈਡਿਟ ਸਕੋਰ ਰੱਖਦੀਆਂ ਸਾਂਭ ਕੇ ਰੈਕਡ, ਜਿੱਥੋਂ ਤੁਸੀਂ ਕਿਸੇ ਵੇਲੇ ਵੀ ਇਹ ਇਨਫੋਰਮੇਸ਼ਨ ਆਪ ਲੈ ਸਕਦੇ ਆ। ਤੇ ਇਹ ਇਨਫੋਰਮੇਸ਼ਨ ਤੁਹਾਡੀ ਆ, ਤੁਸੀਂ ਲੈ ਸਕਦੇ ਆ ਤੇ ਮੰਨ ਲਓ ਕੋਈ ਹੋਰ ਬੰਦਾ, ਪਬਲਿਕ ਇਹ ਇਨਫੋਰਮੇਸ਼ਨ ਨਹੀਂ ਹੁੰਦੀ ਤੇ ਪਬਲਿਕ ਨਹੀਂ ਦੇਖ ਸਕਦੀ। ਪਰ ਜੇ ਤੁਸੀਂ ਕਿਸੇ ਤੋਂ ਲੋਨ ਲੈਣਾ, ਉਹਨਾਂ ਨੂੰ ਇਹ ਅਥਾਰਟੀ ਹੁੰਦੀ ਆ ਕਿ ਉਹ ਤੁਹਾਡੇ ਤੋਂ ਸਕੋਰ ਮੰਗ ਸਕਦੇ ਆ ਤੇ ਉਹ ਫਿਰ ਤੁਹਾਡੇ ਤੋਂ ਰਿਟਨ ਆਥੋਰਾਈਜੇਸ਼ਨ, ਜੇ ਤੁਸੀਂ ਅਲਬਰਟਾ, BC, ontario 'ਚ ਰਹਿੰਦੇ ਆ ਤਾਂ ਤੁਹਾਨੂੰ ਉਹਨਾਂ ਨੂੰ ਲੈਂਡਰ ਜਿਹੜੇ ਆ ਬੈਂਕਾਂ, ਉਹਨਾਂ ਨੂੰ ਤੁਹਾਡੇ ਤੋਂ ਰਿਟਨ ਆਥੋਰਾਈਜੇਸ਼ਨ ਲੈਣੀ ਪੈਂਦੀ ਆ ਕਿ ਤੁਹਾਡਾ ਕ੍ਰੈਡਿਟ ਸਕੋਰ ਜਿਹੜਾ ਉਹ ਚੈੱਕ ਕਰ ਸਕਣ। ਤੇ ਜਿਹੜੀਆਂ ਹੋਰ ਪ੍ਰੋਵਿੰਸ ਆ, ਸਸਕੈਚਵਨ ਆ, ਮੈਨੀਟੋਬਾ ਆ ਵਗੈਰਾ ਹੋਰ, ਉਹਨਾਂ ਦੇ ਵਿੱਚ ਉਹਨਾਂ ਨੂੰ ਰਿਟਨ ਨਹੀਂ ਲੈਣੀ ਪੈਂਦੀ ਪਰ ਉਹਨਾਂ ਨੂੰ ਦੱਸਣਾ ਪੈਂਦਾ ਵੀ ਤੁਹਾਡਾ ਸਕੋਰ ਚੈੱਕ ਕਰਨਾ ਜਾਂ ਨਹੀਂ ਕਰਨਾ। ਇਹ ਤਾਂ ਰੱਖਿਆ ਗਿਆ ਆ ਕਿਉਂਕਿ ਜਦੋਂ ਵੀ ਤੁਹਾਡਾ ਜਿਹੜਾ ਸਕੋਰ ਚੈੱਕ ਕੀਤਾ ਜਾਂਦਾ ਕਿਸੇ ਲੈਂਡਰ ਵੱਲੋਂ ਤਾਂ ਉਹਦੇ ਨਾਲ ਤੁਹਾਡੇ ਪੁਆਇੰਟ ਘਟ ਜਾਂਦੇ ਆ। ਤੇ ਇਸ ਕਰਕੇ ਉਹ ਪੁੱਛਦੇ ਆ ਤੇ ਜੇ ਤੁਹਾਨੂੰ ਬਹੁਤੀ ਨਹੀਂ ਲੋੜ ਤਾਂ ਤੁਹਾਨੂੰ ਬਹੁਤ ਵਾਰੀ ਚੈੱਕ ਨਹੀਂ ਕਰਾਉਣਾ ਚਾਹੀਦਾ ਕਿਉਂਕਿ ਉਹਦੇ ਨਾਲ ਤੁਹਾਡੇ ਪੁਆਇੰਟ ਘਟ ਸਕਦੇ ਆ। ਤੇ ਉਹਦੇ ਵਿੱਚ ਵੀ 2 ਤਰ੍ਹਾਂ ਦਾ ਚੈਕਿੰਗ ਹੁੰਦੀ ਆ, ਇੱਕ ਨੂੰ ਕਹਿੰਦੇ ਸੌਫਟ ਚੈਕਿੰਗ ਤੇ ਇੱਕ ਨੂੰ ਹਾਰਡ ਚੈਕਿੰਗ। ਜਿਹੜੀ ਸੌਫਟ ਚੈਕਿੰਗ ਆ ਸਕੋਰ ਦੀ, ਉਹਦੇ ਨਾਲ ਤੁਹਾਡੇ ਪੁਆਇੰਟ ਨਹੀਂ ਘਟਦੇ ਤੇ ਉਹ ਜਿੱਦਾਂ ਤੁਸੀਂ ਆਪ ਆਪਣਾ ਰੈਕਡ ਚੈੱਕ ਕਰਨਾ, ਭਾਵੇਂ ਜਿੰਨੀ ਵਾਰੀ ਮਰਜ਼ੀ ਕੱਢੀ ਜਾਓ ਤੇ ਤੁਹਾਨੂੰ ਉਹ ਕੋਈ ਉਹਦਾ ਇਫੈਕਟ ਨਹੀਂ ਹੁੰਦਾ ਤੁਹਾਡੇ ਸਕੋਰ ਦੇ ਉੱਤੇ। ਇੱਕ ਆਰਗੇਨਾਈਜੇਸ਼ਨ ਹੈਗੀ ਆ ਇਕੁਫੈਕਸ, ਤੇ ਅਸੀਂ ਜਦੋਂ ਵੀਡੀਓ ਚੱਲੂਗੀ ਉਹਦੇ ਨਾਲ ਉਹਦਾ ਨੰਬਰ, ਉਹਦੀ ਵੈਬਸਾਈਟ ਦੇਵਾਂਗੇ। ਤੇ ਦੂਜੀ ਹੈਗੀ ਟਰਾਂਸਯੂਨੀਅਨ। ਜਿਹੜੀ ਇਕੁਫੈਕਸ ਆ ਉਹ ਤਕਰੀਬਨ ਮੰਥ ਦੇ $20 ਚਾਰਜ ਕਰਦੇ ਆ ਜੇ ਤੁਸੀਂ ਉਹਨਾਂ ਤੋਂ ਆਪਣਾ ਰੈਕਡ ਲੈਣਾ ਆ।
ਤੇ ਤੁਹਾਨੂੰ ਇੱਕ ਵਾਰੀ $20 ਦੇ ਕੇ ਤਾਂ ਤੁਸੀਂ ਲੈ ਲਓ। ਮੰਥਲੀ ਤੁਹਾਨੂੰ ਫਿਰ ਫ੍ਰੀ ਰਹਿਣਾ, ਜਿੰਨੀ ਵਾਰੀ ਮਰਜ਼ੀ ਜੋ ਮਰਜ਼ੀ ਚੈੱਕ ਕਰੋ। ਤੇ ਜੇ ਤੁਸੀਂ ਨਹੀਂ ਰੱਖਣਾ ਫਿਰ ਉਹ ਕਟਾ ਦਿਓ ਮੈਂਬਰਸ਼ਿਪ। ਤੇ ਦੂਜੀ ਜਿਹੜੀ ਆ ਉਹਨਾਂ ਦੀ ਸਪੈਸ਼ਲ ਡੀਲ ਅੱਜ ਕੱਲ੍ਹ ਚੱਲ ਰਹੀ, ਉਹ ਲੈਂਦੇ ਆ $4.95 ਤੇ ਤੁਸੀਂ ਉਹਨਾਂ ਤੋਂ ਵੀ ਲੈ ਸਕਦੇ ਆ। ਤੇ ਇੱਕ ਹੋਰ ਵੀ ਹੈਗਾ ਕਿ ਤੁਸੀਂ ਆਪਣਾ ਰੈਕਡ ਆਪ ਲੈਣਾ ਜੇ ਤਾਂ ਆਨਲਾਈਨ ਰਾਈਟ ਵੇ, ਫਿਰ ਤਾਂ ਇਹ ਤੁਹਾਨੂੰ ਉਹਨਾਂ ਦੇ ਸਿਸਟਮ ਦੇ ਥਰੂ ਪੇ ਕਰਕੇ ਲੈਣਾ ਪੈਂਦਾ। ਪਰ ਜੇ ਤੁਸੀਂ ਉਹਨਾਂ ਦੇ ਇੱਕ ਫਾਰਮ ਹੈ ਉੱਥੇ ਰੈਕਡ ਮੰਗਵਾਉਣ ਦਾ, ਉਹ ਭਰ ਕੇ ਉਹਨਾਂ ਨੂੰ ਫੈਕਸ ਕਰ ਦਿੰਦੇ ਜਾਂ ਈਮੇਲ, ਤਾਂ ਫਿਰ ਤੁਹਾਨੂੰ ਉਹ ਫ੍ਰੀ ਮੇਲ ਦੇ ਵਿੱਚ ਆਊਗਾ। ਹੋ ਸਕਦਾ 2 ਵੀਕ ਲੱਗਣ ਉਹਨੂੰ। ਤੇ ਪਰ ਮੇਰੀ ਸਲਾਹ ਇਹ ਹੈਗੀ ਆ ਵੀ ਸਾਰਿਆਂ ਨੂੰ ਘੱਟੋ ਘੱਟ ਸਾਲ 'ਚ ਇੱਕ ਵਾਰੀ ਆਪਣਾ ਰੈਕਡ ਜਿਹੜਾ ਜ਼ਰੂਰ ਚੈੱਕ ਕਰਨਾ ਚਾਹੀਦਾ। ਤੇ ਜਿੱਦਾਂ ਮੈਂ ਦੱਸਿਆ ਵੀ ਜਿਹੜੇ ਐਵਰੇਜ ਸਕੋਰ ਕੈਨੇਡਾ ਦੇ ਵਿੱਚ ਤਕਰੀਬਨ 650 ਦੇ ਕਰੀਬ ਹੈਗਾ। ਮਿਡਲ ਜਿਹਾ 'ਚ ਆ ਬਹੁਤੇ ਕੈਨੇਡੀਅਨਸ ਦਾ ਜਿਹੜਾ ਕ੍ਰੈਡਿਟ ਸਕੋਰ। ਜਿਹੜਾ ਇਹ ਕ੍ਰੈਡਿਟ ਸਕੋਰ ਆ ਬਣਾਉਂਦੇ ਕਿਸ ਬੇਸ ਤੇ ਆ, ਉਹ ਆਪਾਂ ਨੂੰ ਜਾਣਨਾ ਬੜਾ ਜ਼ਰੂਰੀ ਆ। ਤੇ ਜੇ ਅਸੀਂ ਉਹ ਪਤਾ ਹੋਵੇ ਤਾਂ ਫਿਰ ਸਾਨੂੰ ਇਸ ਗੱਲ 'ਚ ਹੈਲਪ ਹੋ ਸਕਦੀ ਵੀ ਅਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੀਏ ਤਾਂ ਕਿ ਸਾਡਾ ਰੈਕਡ ਜਿਹੜਾ ਆ ਖਰਾਬ ਨਾ ਹੋਵੇ, ਸਿਕਿਉਰ ਜਿਹੜਾ ਵਧੀਆ ਰਵੇ। ਸਭ ਤੋਂ ਜ਼ਿਆਦਾ ਇਫੈਕਟ ਜਿਹੜੀ ਚੀਜ਼ ਸਕੋਰ ਨੂੰ ਕਰਦੀ ਆ ਉਹ ਹੈਗੀ ਆ ਪੇਮੈਂਟ ਹਿਸਟਰੀ। 35% ਜਿਹੜਾ ਤੁਹਾਡਾ ਸਕੋਰ ਆ ਉਹ ਇਸ ਬੇਸ ਤੇ ਆ ਕਿ ਤੁਹਾਡੀ ਪੇਮੈਂਟ ਹਿਸਟਰੀ ਕੀ ਆ। ਤੁਸੀਂ ਡਜਨਟ ਮੈਟਰ ਕਿੱਥੇ ਪੇਮੈਂਟ ਦੇ ਰਹੇ ਆ, ਆਟੋਮੈਟਿਕ ਦੇ ਰਹੇ ਆ ਜਾਂ ਮੰਥਲੀ ਪੇ ਕਰਦੇ ਆ, ਚਾਹੇ ਤੁਸੀਂ ਯੂਟਿਲਿਟੀਜ਼ ਬਿੱਲ ਹੈਗੇ ਆ, ਚਾਹੇ ਤੁਸੀਂ ਕ੍ਰੈਡਿਟ ਕਾਰਡ ਹੈਗੇ ਆ, ਚਾਹੇ ਤੁਹਾਡੀ ਮੌਰਗੇਜ ਦੀ ਪੇਮੈਂਟ ਆ, ਕਾਰ ਦਾ ਲੋਨ ਆ, ਚਾਹੇ ਸਿਟੀ ਨੂੰ ਟੈਕਸ ਪੇ ਕਰਦੇ ਆ, ਚਾਹੇ ਕੋਈ ਵੀ ਹੋਰ ਜਿਹੜੀ ਵੀ ਤੁਸੀਂ ਟੈਲੀਫੋਨ ਇੰਟਰਨੈਟ ਵਗੈਰਾ ਕੋਈ ਵੀ ਬਿੱਲ ਦਿੰਦੇ ਆ। ਤੇ ਉਹ ਜੇ ਮੰਥਲੀ ਜਾਂ ਤੁਸੀਂ ਇੰਸ਼ੋਰੈਂਸ ਆ ਭਾਵੇਂ ਕਾਰ ਦੀ ਆ, ਘਰ ਦੀ ਆ, ਲਾਈਫ ਆ, ਉਹਦੇ ਵਿੱਚ ਤੁਸੀਂ ਮੰਥਲੀ ਪੇਮੈਂਟ ਕਰਦੇ ਆ ਤੇ ਉਹ ਬਹੁਤ ਹੀ ਜ਼ਿਆਦਾ ਇਫੈਕਟ ਤੁਹਾਡੇ ਕਰਦੇ ਆ। ਜੇ ਤੁਹਾਡੀਆਂ ਪੇਮੈਂਟਾਂ ਮਿਸ ਹੁੰਦੀਆਂ, NSF ਹੁੰਦੀਆਂ, ਤੇ ਉਹ ਤੁਹਾਡੇ ਕ੍ਰੈਡਿਟ ਤੇ ਬਹੁਤ ਬੈਡ ਕਰਦੀਆਂ। ਤੇ ਮੇਰੇ 14-15 ਸਾਲ ਦੇ ਪ੍ਰੈਕਟਿਸ ਦੇ ਵਿੱਚ ਮੈਂ ਦੇਖਿਆ ਵੀ ਸਾਡੇ ਕਮਿਊਨਿਟੀ 'ਚ ਬਹੁਤ ਲੋਕ ਆ ਜਿਹੜੇ ਇਸ ਗੱਲ ਦਾ ਬਹੁਤ ਘੱਟ ਖਿਆਲ ਰੱਖਦੇ ਆ। ਤੇ ਉਹਨਾਂ ਨੇ 2-2 ਅਕਾਊਂਟ ਕਈਆਂ ਨੇ ਬਣਾਏ ਹੁੰਦੇ ਆ। ਕੋਈ 100 ਪੇਮੈਂਟ, $200 ਕਿੰਨੀ ਤਰੀਕ ਨੂੰ ਜਾਣੀ ਆ, ਉਹਦੇ ਹਿਸਾਬ ਨਾਲ ਉਹ ਸੇਵਿੰਗ ਅਕਾਊਂਟ 'ਚ ਉਸ ਅਕਾਊਂਟ 'ਚ ਪਾਉਂਦੇ ਆ। ਤੇ ਇਹ ਸੋਚ ਕੇ ਵੀ ਆਪਾਂ ਵੱਧ ਨਹੀਂ ਰੱਖਣੀ ਮਨੀ ਵੀ ਕਿਉਂਕਿ ਉੱਥੇ ਸਾਨੂੰ ਕੋਈ ਇੰਟਰਸਟ ਨਹੀਂ ਮਿਲਣਾ। ਤੇ ਕਈ ਵਾਰੀ ਉਹ ਪੇਮੈਂਟ ਅੱਗੇ ਪਿੱਛੇ ਹੋ ਜਾਂਦੀ ਆ। ਉਹ ਉਹਨਾਂ ਦਾ ਜਿਨ੍ਹਾਂ ਨੇ ਲੈਣੀ ਪੇਮੈਂਟ ਉਹ ਆਟੋਮੈਟਿਕ ਚੱਕਣੀ ਹੁੰਦੀ ਆ ਤੇ ਉਹਦੇ ਨਾਲ ਪੇਮੈਂਟ NSF ਹੁੰਦੀਆਂ। ਤੇ ਜਦੋਂ ਹੀ ਤੁਹਾਡੀ NSF ਹੁੰਦੀ ਆ, ਪੇਮੈਂਟ ਡਿਕਲਾਈਨ ਹੁੰਦੀ ਆ, ਭਾਵੇਂ ਕ੍ਰੈਡਿਟ ਕਾਰਡ ਦੀ ਹੋਵੇ ਚਾਹੇ ਬੈਂਕਿੰਗ ਅਕਾਊਂਟ ਦੀ, ਤਾਂ ਤੁਹਾਡਾ ਉਹ ਇਫੈਕਟ ਕਰਦਾ ਤੇ ਸਭ ਤੋਂ ਜ਼ਿਆਦਾ ਪੇਮੈਂਟ ਹਿਸਟਰੀ ਕਰਦੀ ਆ। ਇਸ ਕਰਕੇ ਇਸ ਗੱਲ ਦਾ ਮੇਕ ਸ਼ੋਰ ਕਰੋ ਵੀ ਜਿਹੜੀਆਂ ਵੀ ਪੇਮੈਂਟਾਂ ਤੁਹਾਡੀਆਂ ਤੁਸੀਂ ਸੈਟਅਪ ਕੀਤੀਆਂ ਮੰਥਲੀ, ਤੇ ਉਹ ਕਿਸੇ ਵੀ ਹਾਲਤ ਦੇ ਵਿੱਚ ਉਹ ਮਿਸ ਨਹੀਂ ਹੋਣੀ ਚਾਹੀਦੀ, NSF ਨਹੀਂ ਹੋਣੀ ਚਾਹੀਦੀ ਤੇ ਡਿਕਲਾਈਨ ਨਹੀਂ ਹੋਣੀ ਚਾਹੀਦੀ। ਤੇ ਕਿਉਂਕਿ 35% ਇਹਦਾ ਇਫੈਕਟ ਹੈਗਾ। ਦੂਜਾ ਜਿਹੜਾ ਵੱਡਾ ਇਫੈਕਟ ਹੈਗਾ ਕਿ ਤੁਸੀਂ ਕਿੰਨਾ ਲੋਨ ਉਹ ਕਰਦੇ ਆ, ਚਾਹੇ ਤੁਸੀਂ ਕਾਰ ਦਾ ਲੋਨ ਆ, ਚਾਹੇ ਘਰ ਦਾ ਲੋਨ ਆ, ਚਾਹੇ ਕੋਈ ਬਿਜ਼ਨਸ ਲੋਨ ਆ, ਕੋਈ ਵੀ ਜਿਹੜਾ ਲੋਨ ਤੁਹਾਡੇ ਨਾਂ ਦੇ ਨਾਲ ਅਟੈਚ ਆ ਤੇ ਮੌਰਗੇਜ ਆ, ਲਾਈਨ ਆਫ ਕ੍ਰੈਡਿਟ ਆ, ਤੇ ਉਹ ਤੁਹਾਡਾ 30% ਉਹ ਇਫੈਕਟ ਕਰਦਾ। ਜਾਣੀ ਕਹਿਣ ਦਾ ਮਤਲਬ 65% ਦੋ ਚੀਜ਼ਾਂ ਇਫੈਕਟ ਕਰਦੀਆਂ, ਇੱਕ ਪੇਮੈਂਟ ਹਿਸਟਰੀ ਤੇ ਦੂਜਾ ਜਿੰਨਾ ਤੁਸੀਂ ਲੋਨ ਲਿਆ। ਤੇ ਉਹ ਜਿੰਨਾ ਲੋਨ ਤੁਹਾਡਾ ਜ਼ਿਆਦਾ ਹੈਗਾ ਆ ਤੇ ਉਨਾ ਹੀ ਤੁਹਾਡਾ ਕ੍ਰੈਡਿਟ ਸਕੋਰ ਘਟਣ ਦੇ ਚਾਂਸ ਹੈਗੇ ਆ। ਤੀਜੀ ਜਿਹੜੀ ਗੱਲ ਇਫੈਕਟ ਕਰਦੀ ਆ ਕਿ ਤੁਹਾਡੀ ਜਿਹੜੀ ਕ੍ਰੈਡਿਟ ਹਿਸਟਰੀ ਕਿੰਨੇ ਸਾਲ ਤੋਂ ਚੱਲ ਰਹੀ ਆ, ਉਹਦੇ 15% ਇਫੈਕਟ ਕਰਦਾ ਉਹ। ਜਿੰਨਾ ਕਿਸੇ ਦੀ ਕ੍ਰੈਡਿਟ ਹਿਸਟਰੀ ਲੰਬੀ ਆ ਉਨਾ ਹੀ ਉਹਦੇ ਚਾਂਸ ਆ ਵੀ ਉਹਦੇ ਜਿਹੜੇ ਕ੍ਰੈਡਿਟ ਸਕੋਰ ਜ਼ਿਆਦਾ ਹੋਊਗਾ। ਜਿਹੜਾ ਨਵਾਂ ਬੰਦਾ ਕੈਨੇਡਾ ਦੇ ਵਿੱਚ ਆਇਆ ਉਹਨੇ ਅਜੇ ਆਪਣਾ ਹਿਸਟਰੀ ਬਿਲਡ ਕਰਨੀ ਆ ਤੇ ਉਹਦਾ ਉਹ ਜਿਹੜੇ 15% 'ਚ ਉਹਦੇ ਪੁਆਇੰਟ ਉਹ ਘੱਟ ਹੋਣੇ ਆ। ਤੇ ਫਿਰ 10% ਇਹ ਚੀਜ਼ ਇਫੈਕਟ ਕਰਦੀ ਹੈ, ਜਿੱਦਾਂ ਪਹਿਲਾਂ ਦੱਸਿਆ ਕਿ ਜਦੋਂ ਕੋਈ ਵੀ ਤੁਸੀਂ ਲੋਨ ਲੈਣਾ ਤੇ ਉਹਨਾਂ ਨੇ ਤੁਹਾਡਾ ਕ੍ਰੈਡਿਟ ਸਕੋਰ ਚੈੱਕ ਕਰਨਾ। ਪਰ ਟਰਾਈ ਕਰੋ ਵੀ ਜੇ ਉਹ ਪਹਿਲਾਂ ਤੁਸੀਂ ਉਹਨਾਂ ਨੂੰ ਪ੍ਰੋਪਰ ਇਨਫੋਰਮੇਸ਼ਨ ਦਿਓ
ਤੇ ਪ੍ਰੋਪਰ ਡਾਕੂਮੈਂਟ ਦਿਓ ਵੀ ਉਹ ਵਿਦਆਊਟ ਕ੍ਰੈਡਿਟ ਸਕੋਰ ਚੈੱਕ ਕੀਤਾ ਤੋਂ ਤੁਹਾਨੂੰ ਐਸਟੀਮੇਟ ਦੇ ਦੇਣ ਕਿ ਵੀ ਤੁਹਾਡਾ ਇੰਨੇ ਕੁ ਦਾ ਲੋਨ ਅਪਰੂਵ ਹੋ ਸਕਦਾ। ਜੇ ਤੁਹਾਡੀ ਇਨਫੋਰਮੇਸ਼ਨ ਸਹੀ ਆ ਤੇ ਫਿਰ ਉਹ ਕ੍ਰੈਡਿਟ ਚੈੱਕ ਕਰਨ। ਕਈ ਵਾਰੀ ਆਪਾਂ ਲੋਨ ਲੈਣਾ, ਮੋਰਗੇਜ ਲੈਣੀ 4-5 ਜਗ੍ਹਾ ਬ੍ਰੋਕਰ ਨੂੰ ਵੀ ਦੇ ਦਿੰਦੇ ਆ, TD 'ਚ ਵੀ ਦੇਤਾ, CIBC 'ਚ ਵੀ ਜਾ 4-5 ਜਗ੍ਹਾ ਜਾ ਆਉਂਦੇ ਆ ਤੇ ਉਹ ਤੁਹਾਡਾ ਤੁਸੀਂ ਬਾਰ-ਬਾਰ ਚੈੱਕ ਹੋਣ ਨਾਲ ਵੀ ਤੁਹਾਡਾ ਕ੍ਰੈਡਿਟ ਸਕੋਰ ਘਟਦਾ, ਉਹ 10% ਉਹ ਇਫੈਕਟ ਕਰਦਾ। ਤੇ 10% ਜਿਹੜਾ ਚੌਥਾ ਹੈਗਾ ਕਿ 10% ਤੁਹਾਡਾ ਇਫੈਕਟ ਕਰਦਾ ਵੀ ਤੁਹਾਡੇ ਕੋਲ ਕਿੱਦਾਂ ਦੇ ਲੋਨ ਹੈਗੇ ਆ। ਜੇ ਤੁਹਾਡੇ ਜਿਹੜੇ ਲੋਨ ਆ ਸਿਕਿਉਰਡ ਹੈਗੇ ਆ ਤੇ ਜਾਂ ਜਿਹੜੀਆਂ ਟ੍ਰੈਡੀਸ਼ਨਲ ਬੈਂਕਸ ਹੈਗੀਆਂ ਉਹਨਾਂ ਦੇ ਥਰੂ ਆ ਤਾਂ ਫਿਰ ਤੁਹਾਡਾ ਕ੍ਰੈਡਿਟ ਸਕੋਰ ਜ਼ਿਆਦਾ ਆ ਹੋ ਸਕਦਾ। ਤੇ ਜੇ ਉਹ ਤੁਹਾਡੇ ਪ੍ਰਾਈਵੇਟ ਲੈਂਡਰ ਦੇ ਕੋਲ ਆ ਜਾਂ ਤੁਹਾਡੀਆਂ ਅਨਸਿਕਿਉਰਡ ਹੈਗੇ ਆ ਜਾਂ ਕ੍ਰੈਡਿਟ ਕਾਰਡਾਂ ਦੇ ਜਿਹੜੀ ਲਿਮਿਟ ਆ ਉਹ ਆ ਤੇ ਉਹ ਤੁਹਾਡਾ ਨੈਗੇਟਿਵ ਇਫੈਕਟ ਕਰੂਗਾ। ਤੇ ਇਹ ਚੀਜ਼ਾਂ ਨੂੰ ਆਪਾਂ ਨੂੰ ਖਿਆਲ ਰੱਖਣ ਦੀ ਲੋੜ ਹੈਗੀ ਆ। ਤੇ ਹੁਣ ਹੋਰ ਜਿਹੜੀਆਂ ਚੀਜ਼ਾਂ ਆਪਣੇ ਇਹ ਤਾਂ ਸੀਗੇ ਵੀ ਕਿੰਨੇ % ਕਿਹੜੀ ਚੀਜ਼ ਇਫੈਕਟ ਕਰਦੀ ਆ ਤੇ ਸਾਨੂੰ ਕਿਹੜੀਆਂ ਚੀਜ਼ਾਂ ਇਫੈਕਟ ਕਰਦੀਆਂ। ਤੇ ਇੱਕ ਤਾਂ ਹੈਗਾ ਕਿ ਸਾਡੀ ਹਿਸਟਰੀ ਕਿੰਨੀ ਪੁਰਾਣੀ ਆ, ਇਹ ਇਫੈਕਟ ਕਰਦਾ ਵੀ ਕ੍ਰੈਡਿਟ ਕਾਰਡ ਆਪਣੇ ਕ੍ਰੈਡਿਟ ਸਕੋਰ ਦੇ ਉੱਤੇ। ਦੂਜਾ ਵੀ ਤੁਹਾਡੀਆਂ ਪੇਮੈਂਟਾਂ NSF ਵਗੈਰਾ ਤੇ ਨਹੀਂ ਹੋ ਰਹੀਆਂ, ਉਹ ਜੇ ਰੈਗੂਲਰ ਆ ਵਧੀਆ ਆ, ਕਦੀ NSF ਨਹੀਂ ਹੋਇਆ ਤੇ ਤੁਹਾਡੇ ਉਹ ਵੱਧ ਪੁਆਇੰਟ ਹੋਣੇ ਆ। ਫਿਰ ਤੁਹਾਡਾ ਲੋਨ ਕਿੰਨਾ ਆਊਟਸਟੈਂਡਿੰਗ ਹੈਗਾ ਤੇ ਫਿਰ ਤੁਹਾਡੀ ਜਿਹੜੀ ਲਿਮਿਟ ਆ ਉਹ ਵੀ ਇੱਕ ਇਫੈਕਟ ਕਰਦੀ ਵੀ ਤੁਹਾਡੀ ਲਿਮਿਟ ਲੈਟਸ ਸੇ ਤੁਹਾਡੇ ਕੋਲ 1 ਲੱਖ ਦੀ ਲਿਮਿਟ ਆ ਪਰ ਤੁਸੀਂ 90,000 ਉੱਤੇ ਚੱਕਿਆ ਆ ਤਾਂ ਇਹ ਵੀ ਨੈਗੇਟਿਵ ਇਫੈਕਟ ਕਰਦਾ। ਤੁਹਾਡੀ ਲਿਮਿਟ ਜਿਹੜੀ ਆ ਤੁਸੀਂ 75% ਤੋਂ ਜ਼ਿਆਦਾ ਜੇ ਨਹੀਂ ਲੋੜ ਤਾਂ ਨਾ ਚੱਕੋ, ਕਿਉਂਕਿ ਜੇ 75 ਤੋਂ ਜ਼ਿਆਦਾ ਹੋਊਗਾ ਇਹ ਵੀ ਤੁਹਾਡਾ ਨੈਗੇਟਿਵ ਸਕੋਰ ਬਣਾਉਂਦੀ ਆ। ਤੇ ਜੇ ਤੁਸੀਂ ਐਮਰਜੈਂਸੀ ਚੱਕ ਵੀ ਲਿਆ ਤੇ ਟਰਾਈ ਕਰੋ ਵੀ ਜਿੰਨੀ ਜਲਦੀ ਉਹ ਵਾਪਸ ਹੋ ਸਕੇ। ਤੇ ਫਿਰ ਜਿੱਦਾਂ ਆਪਾਂ ਦੱਸਿਆ ਵੀ ਕਿੰਨੀ ਵਾਰੀ ਤੁਹਾਡਾ ਕ੍ਰੈਡਿਟ ਚੈੱਕ ਹੁੰਦਾ ਉਹ ਇਫੈਕਟ ਕਰਦਾ ਤੇ ਕਿੱਦਾਂ ਦੇ ਤੁਹਾਡੇ ਡੈਟ ਹੈਗੇ ਆ। ਤੇ ਫਿਰ ਇੱਕ ਇਹ ਵੀ ਇਫੈਕਟ ਕਰਦਾ ਵੀ ਤੁਸੀਂ ਕੋਈ ਡੈਟ ਦੇਣਾ ਸੀ ਨਹੀਂ ਪੇ ਕੀਤਾ, ਕਿਸੇ ਦੀ ਪੇਮੈਂਟ ਨਹੀਂ ਦਿੱਤੀ ਤੇ ਉਹਨੇ ਕਲੈਕਸ਼ਨ ਨੂੰ ਦੇ ਦਿੱਤਾ ਤੇ ਉਹ ਵੀ ਤੁਹਾਡਾ ਇਫੈਕਟ ਕਰਦਾ ਵੀ ਜੇ ਤੁਸੀਂ ਕਲੈਕਸ਼ਨ ਨੂੰ ਦਿੱਤਾ ਤੇ ਤੁਸੀਂ ਨਹੀਂ ਦਿੱਤੇ ਸਟਿਲ ਓਇੰਗ ਹੈਗੇ ਆ ਫਿਰ ਤਾਂ ਬਹੁਤ ਜ਼ਿਆਦਾ ਇਫੈਕਟ ਕਰੂਗਾ। ਪਰ ਜੇ ਤੁਸੀਂ ਪੇ ਕਰ ਵੀ ਦਿੱਤੇ ਸਟਿਲ ਜੇ ਕਲੈਕਸ਼ਨ ਦੇ ਥਰੂ ਪੇ ਕੀਤੇ ਆ ਤੇ ਉਹ ਵੀ ਤੁਹਾਡਾ ਇਫੈਕਟ ਜਿਹੜਾ ਨੈਗੇਟਿਵ ਹੋਣਾ। ਇਸ ਕਰਕੇ ਟਰਾਈ ਕਰੋ ਵੀ ਜੇ ਕਿਸੇ ਦੇ ਪੈਸੇ ਦੇਣੇ ਆ ਤੇ ਉਹ ਇਮਾਨਦਾਰੀ ਨਾਲ ਦੇ ਦਿਓ। ਤੇ ਜੇ ਕਿਸੇ ਰੀਜ਼ਨ ਨਾਲ ਤੁਸੀਂ ਕੋਈ ਪ੍ਰੋਬਲਮ ਆ ਫਾਈਨੈਂਸ਼ੀਅਲ ਤਾਂ ਅਗਲੇ ਨਾਲ ਭਾਈਬੰਦੀ ਨਾਲ ਗੱਲ ਕਰਕੇ ਤੁਸੀਂ ਕਹਿ ਦਿਓ ਵੀ ਮੈਂ ਹੌਲੀ ਹੌਲੀ ਮੋੜ ਦਿੰਦਾ, ਥੋੜੇ ਮੋੜ ਦਿੰਦਾ, ਮੇਰੇ ਕਲੈਕਸ਼ਨ 'ਚ ਨਾ ਜਾਣ। ਤੇ ਫਿਰ ਜੇ ਤੁਸੀਂ ਬੈਂਕਰਪਸੀ ਕੀਤੀ ਹੋ ਆ, ਕੋਈ ਘਰ ਫੋਰਕਲੋਜ਼ਰ ਕੀਤਾ ਆ, ਇਸ ਤਰ੍ਹਾਂ ਦੀਆਂ ਚੀਜ਼ਾਂ ਜਾਂ ਬਿਜ਼ਨਸ ਬੈਂਕਰਪਸੀ ਕੀਤੀ ਆ, ਉਹ ਬਿਗ ਇਫੈਕਟ ਕਰਦਾ ਤੁਹਾਡੀ ਤੇ ਉਹਦੀ ਹਿਸਟਰੀ ਦੇ ਉੱਤੇ। ਤੇ ਜਿਹੜੇ ਹੁਣ ਬੈਂਕਾਂ ਆ ਜਦੋਂ ਆਪਾਂ ਲੋਨ ਲੈਂਦੇ ਜਾਂ ਟਰਸਟ ਕੰਪਨੀ ਜਿਨ੍ਹਾਂ ਤੋਂ ਵੀ ਆਪਾਂ ਲੋਨ ਲੈਣਾ ਉਹ ਕਿੱਦਾਂ ਦੇਖਦੀਆਂ ਤੁਹਾਡਾ ਸਕੋਰ ਨੂੰ, ਉਹਦੇ ਵਿੱਚ ਕਿਹੜੀਆਂ ਚੀਜ਼ਾਂ ਉਹ ਕਾਊਂਟ ਕਰਦੇ ਆ ਤੇ ਕ੍ਰੈਡਿਟ ਕਾਰਡ ਤੁਹਾਡੇ ਕੋਲ ਕਿੰਨੇ ਹੈਗੇ ਆ। ਉਹਨਾਂ ਦੇ ਵਿੱਚੋਂ ਕ੍ਰੈਡਿਟ ਕਾਰਡ ਵੀ ਜਿਹੜੇ ਆ ਇੱਕ ਤਾਂ ਹੈਗੇ ਬੈਂਕਾਂ ਦੇ ਕ੍ਰੈਡਿਟ ਕਾਰਡ ਤੇ ਜਿੱਦਾਂ CIBC ਆ, TD ਆ, ਜਿਹੜੀਆਂ ਬਿਗ ਇੰਸਟੀਟਿਊਸ਼ਨ ਹੈਗੀਆਂ। ਤੇ ਦੂਜਾ ਹੈਗੇ ਆ ਕ੍ਰੈਡਿਟ ਕਾਰਡ ਜਿੱਦਾਂ ਡਿਪਾਰਟਮੈਂਟ ਸਟੋਰ ਹੈਗੇ ਆ, ਕੋਸਕੋ ਦਾ ਹੈਗਾ, ਬੇ ਹੈਗਾ, ਆਪਣੇ ਕੋਈ ਵੀ ਹੋ ਸਕਦਾ, ਐਮਾਜ਼ੋਨ ਦਾ ਵੀ ਮੈਨੂੰ ਪਤਾ ਨਹੀਂ ਹੈਗਾ ਕਿ ਨਹੀਂ, ਪਰ ਇੱਦਾਂ ਜਿਹੜੇ ਵੱਡੇ ਸਟੋਰ ਆ ਉਹਨਾਂ ਨੇ ਆਪਣੇ ਕਾਰਡ ਬਣਾਏ ਹੋ। ਤੇ ਰੋਨਾ ਹੈਗਾ ਤੇ ਉਹਨਾਂ ਦੇ ਜਿਹੜੇ ਹੋਮ ਡੀਪੂ ਵਗੈਰਾ ਉਹਨਾਂ ਦੇ ਬਣਾਏ ਹੋ ਆ। ਕੈਨੇਡੀਅਨ ਟਾਇਰ ਆ, ਉਹ ਜਿਹੜੇ ਆ ਉਹ ਵੀ ਤੁਹਾਡਾ ਨੈਗੇਟਿਵ ਇਫੈਕਟ ਕਰਦੇ ਆ ਕਈ ਵਾਰੀ, ਕਿਉਂਕਿ ਉਹ ਪ੍ਰਾਈਵੇਟ ਹੋਣ ਕਰਕੇ ਤਾਂ ਉਹਨਾਂ ਦਾ ਵੀ ਸਾਡੇ ਕ੍ਰੈਡਿਟ ਸਕੋਰ ਤੇ ਇਫੈਕਟ ਹੁੰਦਾ ਵੀ ਉਹ ਜਦੋਂ ਲੋਨ ਤੁਸੀਂ ਲੈਂਦੇ ਆ ਤੇ ਉਹ ਦੇਖਦੇ ਆ ਵੀ ਤੁਹਾਡੇ ਕੋਲ ਕਿਹਨਾਂ ਦੇ ਕਾਰਡ ਆ। ਤੇ ਦੂਜਾ ਉਹਦੇ ਵਿੱਚ ਇਹ ਹੁੰਦਾ ਵੀ ਜਿਹੜੇ ਇਸ ਤਰ੍ਹਾਂ ਦੇ ਕ੍ਰੈਡਿਟ ਕਾਰਡ ਆ ਉਹਨਾਂ ਦਾ ਇੰਟਰਸਟ ਰੇਟ ਵੀ ਬਹੁਤ ਜ਼ਿਆਦਾ ਹਾਈ ਹੁੰਦਾ, 30% ਤੱਕ ਵੀ ਹੁੰਦਾ। ਤੇ ਇਸ ਕਰਕੇ ਟਰਾਈ ਕਰਨੀ ਆ ਤੇ ਉਹਨਾਂ ਦੇ ਕਾਰਡ ਨਹੀਂ ਲਏ ਜਾਣ। ਕਈ ਵਾਰੀ ਉਹ ਤੁਹਾਨੂੰ ਪੁਆਇੰਟਾਂ ਦਾ ਝਮੇਲਾ ਜਿਹਾ ਪਾ ਕੇ ਜਾਂ ਕੋਈ ਹੋਰ ਕਹਿ ਕੇ ਦੇ ਦਿੰਦੇ ਆ
ਪਰ ਜੇ ਅਸੀਂ ਯੂਜ਼ ਵੀ ਉਹਨਾਂ ਦਾ ਕਰਦੇ ਹਾਂ ਤੇ ਰਾਈਟ ਵੇ ਉਹਨਾਂ ਦਾ ਪੇ ਆਫ ਕਰ ਦਿਓ। ਫਿਰ ਵੀ ਤੁਹਾਡੀ ਵੀ ਤੁਸੀਂ ਕਾਰ ਦਾ ਲੋਨ ਕਿੰਨਾ ਹੈ ਤੁਹਾਡੇ ਕੋਲ, ਫਿਰ ਤੁਹਾਡੇ ਕੋਲ ਵੀ ਜਿਹੜੀ ਉਹ ਕਾਰ ਦਾ ਲੋਨ ਵੀ ਬੈਂਕ ਤੋਂ ਆ ਜਾਂ ਕਿਸੇ ਪ੍ਰਾਈਵੇਟ ਤੋਂ ਹੈਗਾ। ਫਿਰ ਕੋਈ ਤੁਹਾਡੇ ਜਿੱਦਾਂ ਫੋਨ ਕੰਪਨੀਆਂ ਵੀ ਉਹਨਾਂ ਦਾ ਤੇ ਨਹੀਂ ਕੋਈ ਡੈਟ ਹੈਗਾ, ਤੇ ਇੰਸ਼ੋਰੈਂਸ ਕੰਪਨੀਆਂ ਦਾ ਤੇ ਨਹੀਂ ਡੈਟ ਹੈਗਾ, ਤੇ ਕੋਈ ਗਵਰਨਮੈਂਟ ਦਾ CRA ਦਾ ਤੇ ਨਹੀਂ ਟੈਕਸ ਤੁਸੀਂ ਦੇਣਾ, ਤੇ ਜਾਂ ਤੁਸੀਂ ਪਹਿਲਾਂ ਰੈਂਟ ਤੇ ਸੀਗੇ ਹੁਣ ਮੌਰਗੇਜ ਲੈਣੀ, ਘਰ ਲਿਆ ਵੀ ਤੁਹਾਡਾ ਕੋਈ ਲੈਂਡਲੋਰਡ ਨਾਲ ਡਿਸਪਿਊਟ ਤੇ ਨਹੀਂ ਹੈਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕ੍ਰੈਡਿਟ ਸਕੋਰ ਨੂੰ ਅਫੈਕਟ ਕਰਦੀਆਂ। ਤੇ ਹੁਣ ਜੇ ਆਪਾਂ ਦੇਖਦੇ ਹਾਂ ਵੀ ਕਿਹੜੀਆਂ ਚੀਜ਼ਾਂ ਉਹਨਾਂ ਨੇ ਦੇਖਣੀਆਂ ਕਿ ਤੁਹਾਡੇ ਕ੍ਰੈਡਿਟ ਸਕੋਰ ਹੋਰ ਕਿਸ ਤਰ੍ਹਾਂ ਦਾ ਹੋ ਸਕਦਾ। ਤੇ ਜੇ ਹੁਣ ਤੁਹਾਡੇ ਜਿੱਦਾਂ ਮੈਂ ਕਿਹਾ ਸੀ ਵੀ ਕਿਸੇ ਤੁਸੀਂ ਮਨੀ ਦੇਣੀ ਸੀ, ਤੁਸੀਂ ਪੇ ਨਹੀਂ ਕੀਤੀ, ਉਹ ਕਲੈਕਸ਼ਨ ਦਿੱਤਾ, ਉਹ ਤੁਹਾਡਾ ਮਤਲਬ ਵੀ ਉਹ ਵੀ ਇਫੈਕਟ ਕਰਦਾ ਉਹਦੇ ਉੱਤੇ। ਤੇ ਬਾਕੀ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਵੀ ਹੁਣ ਜਿਹੜਾ ਕ੍ਰੈਡਿਟ ਇਹ ਸਿਕਿਉਰ ਹੁੰਦਾ ਉਹਦੇ ਵਿੱਚ ਤੁਹਾਡੀ ਕਿਹੜੀ ਇਨਫੋਰਮੇਸ਼ਨ ਹੁੰਦੀ, ਕਿਉਂਕਿ ਕਈ ਵਾਰੀ ਕਿਉਂਕਿ ਤੁਸੀਂ ਪਿਛਲੇ ਸਮੇਂ 'ਚ ਸੁਣਿਆ ਹੋਣਾ ਕਿ ਜਿਹੜੀ ਆਇਡੈਂਟੀਟੀ ਥੈਫਟ ਦੀ ਵੀ ਕਾਫੀ ਗੱਲ ਚੱਲਦੀ ਆ ਅੱਜ ਕੱਲ੍ਹ। ਜਿਹੜੀਆਂ ਘਰਾਂ ਦੀਆਂ ਇੰਸ਼ੋਰੈਂਸ ਕੰਪਨੀਆਂ ਜਾਂ ਕਈ ਕ੍ਰੈਡਿਟ ਕਾਰਡ ਉਹ ਤੁਹਾਨੂੰ ਆਫਰ ਕਰਦੇ ਆ ਵੀ ਤੁਹਾਡਾ ਆਇਡੈਂਟੀਟੀ ਥੈਫਟ ਕਵਰ ਹੋਊਗਾ। ਆਇਡੈਂਟੀਟੀ ਥੈਫਟ ਕੀ ਹੈਗਾ ਵੀ ਜਿਹੜੀ ਤੁਹਾਡੀਆਂ ਆਇਡੈਂਟੀਟੀਜ਼ ਹੈਗੀਆਂ ਜਿਹਦੇ ਨਾਲ ਤੁਸੀਂ ਰੈਕਗਨਾਈਜ਼ ਹੁੰਦੇ ਆ, ਉਹ ਕਈ ਵਾਰੀ ਚੋਰੀ ਕਰਕੇ ਤਾਂ ਜਿਹੜੇ ਫਰਾਡੂਲੈਂਟ ਬੰਦੇ ਆ ਉਹ ਇਨਫੋਰਮੇਸ਼ਨ ਨੂੰ ਗਲਤ ਯੂਜ਼ ਕਰਦੇ ਆ। ਤੇ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਾਡੀ ਕ੍ਰੈਡਿਟ ਹਿਸਟਰੀ ਦੇ ਵਿੱਚ ਕਿਹੜੀ ਇਨਫੋਰਮੇਸ਼ਨ ਹੁੰਦੀ ਆ ਤੇ ਕਿਹੜੀ ਚੋਰੀ ਹੋ ਸਕਦੀ ਹੈ, ਇਸ ਕਰਕੇ ਉਹਨੂੰ ਕਿੱਦਾਂ ਪ੍ਰੋਟੈਕਟ ਕਰਨਾ, ਜਾਂ ਕਿਹੜੀ ਉੱਥੋਂ ਕੋਈ ਬੰਦਾ ਤੁਹਾਡੀ ਇਨਫੋਰਮੇਸ਼ਨ ਲੈ ਸਕਦਾ। ਜਦੋਂ ਬੈਂਕ ਨੇ ਤੁਹਾਡੀ ਉਹ ਲੈਣੀ ਆ ਕ੍ਰੈਡਿਟ ਸਕੋਰ, ਉਹਨਾਂ ਨੂੰ ਕਿਹੜੀ ਇਨਫੋਰਮੇਸ਼ਨ ਜਾ ਸਕਦੀ ਆ, ਤੁਹਾਡਾ ਨਾਂ ਜਾਊਗਾ, ਪੂਰਾ ਡੇਟ ਆਫ ਬਰਥ ਜਾਊਗੀ, ਤੇ ਤੁਹਾਡਾ ਕਰੰਟ ਐਡਰੈਸ ਕੀ ਹੈਗਾ, ਤੇ ਜੇ ਕਰੰਟ ਐਡਰੈਸ ਪਿਛਲੇ 5 ਸਾਲ ਤੋਂ ਘੱਟ ਦੇ ਵਿੱਚ ਹੈਗਾ ਤਾਂ ਉਹ ਤੋਂ ਪਿੱਛੇ ਤੁਸੀਂ ਕਿੱਥੇ ਰਹਿੰਦੇ ਸੀ ਉਹ ਵੀ ਉਹਨਾਂ ਕੋਲ ਹੋਊਗਾ। ਫਿਰ ਤੁਹਾਡਾ ਟੈਲੀਫੋਨ ਨੰਬਰ ਕਦੋਂ ਤੋਂ ਹੈਗਾ ਤੇ ਕਿੰਨੀ ਵਾਰੀ ਤੁਸੀਂ ਚੇਂਜ ਕੀਤਾ ਉਹ ਵੀ ਉਹਦੇ ਵਿੱਚ ਹੋਣਾ। ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ ਕੀ ਹੈਗਾ, ਤੁਹਾਡਾ ਡਰਾਈਵਰ ਲਾਇਸੈਂਸ ਕੀ ਆ, ਤੁਹਾਡਾ ਪਾਸਪੋਰਟ ਨੰਬਰ ਕੀ ਆ, ਤੁਹਾਡਾ ਹੁਣ ਇੰਪਲੋਇਰ ਕੌਣ ਆ, ਜੇ ਉਹ 5 ਸਾਲ ਤੋਂ ਘੱਟ ਆ ਫਿਰ ਪੁਰਾਣਾ ਇੰਪਲੋਇਰ ਕੌਣ ਸੀਗਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕ੍ਰੈਡਿਟ ਸਕੋਰ ਦੇ ਵਿੱਚ ਤੁਹਾਡੀ ਪਰਸਨਲ ਇਨਫੋਰਮੇਸ਼ਨ ਹੁੰਦੀ ਆ। ਤੇ ਇਸ ਕਰਕੇ ਜਦੋਂ ਤੁਸੀਂ ਕਿਸੇ ਨੂੰ ਅਥਾਰਟੀ ਦੇਣੀ ਆ ਵੀ ਮੇਰਾ ਚੈੱਕ ਕਰ ਲਓ ਕ੍ਰੈਡਿਟ ਸਕੋਰ, ਤਾਂ ਤੁਹਾਨੂੰ ਇਹ ਮਾਈਂਡ 'ਚ ਰੱਖਣਾ ਪੈਣਾ ਕਿ ਇਹ ਇਨਫੋਰਮੇਸ਼ਨ ਵੀ ਉਹ ਬੰਦੇ ਕੋਲ ਜਾਣੀ ਆ। ਤੇ ਜੇ ਤੁਸੀਂ ਨਹੀਂ ਚਾਹੁੰਦੇ ਜਾਵੇ ਤੁਹਾਡੀ ਇਨਫੋਰਮੇਸ਼ਨ, ਤਾਂ ਟਰਾਈ ਕਰੋ ਵੀ ਘੱਟ ਤੋਂ ਘੱਟ ਕ੍ਰੈਡਿਟ ਸਕੋਰ। ਜਾਂ ਤੁਸੀਂ ਇਹ ਵੀ ਕਰ ਸਕਦੇ ਆ ਕਿ ਤੁਸੀਂ ਆਪ $20 ਦੇ ਨਾਲ ਜਾਂ ਟਰਾਂਸਯੂਨੀਅਨ ਤੋਂ $5 ਨਾਲ ਪ੍ਰਿੰਟ ਕੱਢ ਕੇ ਉਹ ਉਹਨਾਂ ਨੂੰ ਦੇ ਦਿਓ ਵੀ ਆਹ ਮੇਰਾ ਹੈਗਾ ਰੀਸੈਂਟ, ਤੇ ਤੁਸੀਂ ਇਹਦੇ ਬੇਸ ਤੇ ਚੈੱਕ ਕਰ ਲਓ। ਬਾਅਦ 'ਚ ਤੁਸੀਂ ਜੋ ਅਜੇ ਆਪਣਾ ਮੰਗਵਾਉਣਾ ਬਾਅਦ 'ਚ ਮੰਗਾ ਲਿਓ। ਤੇ ਫਿਰ ਜਿਹੜੀ ਤੁਹਾਡੀ ਕ੍ਰੈਡਿਟ ਰਿਪੋਰਟ ਆ ਉਹਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਉਹ ਲੈਂਡਰ ਜਿਹੜੇ ਆ ਦੇਖ ਸਕਦੇ ਹੋ। ਪਹਿਲਾਂ ਤਾਂ ਪਰਸਨਲ ਇਨਫੋਰਮੇਸ਼ਨ ਸੀਗੀ, ਦੂਜੀ ਹੁਣ ਉੱਚ ਉਹਨਾਂ ਨੂੰ ਕੀ ਪਤਾ ਲੱਗਦਾ ਵੀ ਜਦੋਂ ਰਿਪੋਰਟ ਲੈਂਦੇ ਆ। ਇੱਕ ਤਾਂ ਵੀ ਨਾਨ ਸਫੀਸ਼ੀਐਂਟ ਫੰਡਸ, ਤੇ ਜੇ ਤੁਹਾਡੀਆਂ ਪੇਮੈਂਟਾਂ ਨਾਨ ਸਫੀਸ਼ੀਐਂਟ ਫੰਡ ਕਰਕੇ NSF ਹੋਈਆਂ ਤੇ ਉਹ ਕਿੰਨੀਆਂ ਹੋਈਆਂ, ਕਿਹਦੇ ਨਾਲ ਹੋਈਆਂ। ਫਿਰ ਤੁਹਾਡੀਆਂ ਵੀ ਜਿਹੜੇ ਚੈਕਿੰਗ ਤਾਂ ਸੇਵਿੰਗ ਅਕਾਊਂਟ ਜਾਂ ਕੋਈ ਅਕਾਊਂਟ ਸੀ ਤੁਸੀਂ ਕਲੋਜ਼ ਕੀਤੇ ਜਾਂ ਬੈਂਕ ਨੇ ਕਰਤੇ, ਤੇ ਉਹਦੇ ਰੀਜ਼ਨ ਕੀ ਸੀਗੇ, ਕਿੱਥੇ ਤੁਸੀਂ ਅਕਾਊਂਟ ਖੁਲਾਏ ਸੀਗੇ ਤੇ ਕਿੱਥੇ ਤੁਸੀਂ ਕਲੋਜ਼ ਕੀਤੇ ਆ, ਤੇ ਉਹਨਾਂ ਦੇ ਵਿੱਚ ਜਾਂ ਜਿਹੜੇ ਅਕਾਊਂਟ ਹੈਗੇ ਉਹਨਾਂ 'ਚ ਤੁਹਾਡੀ ਮਨੀ ਤੁਸੀਂ ਕਿੰਨੀ ਕੁ ਓ ਕਰਦੇ ਆ ਉਹਦੇ ਵਿੱਚ। ਫਿਰ ਤੁਹਾਡੇ ਕੋਲ ਕਿੰਨੇ ਕ੍ਰੈਡਿਟ ਕਾਰਡ ਹੈਗੇ ਆ, ਉਹਨਾਂ ਦੀ ਲਿਮਿਟ ਕਿੰਨੀ ਆ, ਉਹਦੇ 'ਚ ਤੁਸੀਂ ਕਿੰਨੀ ਲਿਮਿਟ ਯੂਜ਼ ਕੀਤੀ ਉਹ ਸਾਰੀ ਇਨਫੋਰਮੇਸ਼ਨ ਉਹਦੇ 'ਚ ਮਿਲੂਗੀ। ਫਿਰ ਤੁਸੀਂ ਕੋਈ ਲੋਨ ਲਿਆ ਆ, ਜੇ ਉਹ ਰਜਿਸਟਰਡ ਹੋਏ ਆ ਉਸ ਲੈਂਡਰ ਨੇ ਕੀਤਾ ਤੇ ਉਹ ਸਾਰੀ ਇਨਫੋਰਮੇਸ਼ਨ ਹੋਊਗੀ ਵੀ ਕਿਹਦੇ ਤੋਂ ਲਿਆ ਸੀਗਾ, ਉਹਦੀਆਂ ਪੇਮੈਂਟਾਂ ਵਗੈਰਾ ਕਿੱਦਾਂ ਜਾ ਰਹੀਆਂ। ਫਿਰ ਇਹ ਵੀ ਹੋਊਗਾ ਵੀ ਕਿੰਨੇ ਲੈਂਡਰ ਜਿਹੜੇ ਆ ਉਹ ਤੁਹਾਡੀ ਚੈੱਕ ਕਰ ਚੁੱਕੇ ਹਿਸਟਰੀ, ਵੀ
ਕਿੱਦਾਂ ਕਿਹੜੇ ਨੇ ਕੀਤੀ ਆ, ਤੇ ਉਹ ਚੀਜ਼ਾਂ ਵੀ ਉਹਦੇ 'ਚ ਹੋਊਗੀਆਂ। ਜੇ ਕਿਸੇ ਨੇ ਤੁਹਾਡੀ ਪ੍ਰਾਪਰਟੀ ਤੇ ਕੋਈ ਲੀਨ ਪਾਈ ਹੋ ਆ ਤੇ ਉਹ ਵੀ ਇਹਦੇ ਵਿੱਚ ਹੋਊਗੀ, ਉਹ ਤੁਹਾਡਾ ਨੈਗੇਟਿਵ ਇੰਪੈਕਟ ਜਾਊਗਾ ਉਹਦੇ ਤੇ। ਜਾਂ ਕਿਸੇ ਨੇ ਤੁਹਾਡੀ ਕੋਈ ਕਾਰ, ਕੋਈ ਪ੍ਰਾਪਰਟੀ ਸੀਜ਼ ਕੀਤੀ ਸੀਗੀ, ਤੁਸੀਂ ਉਹਦਾ ਮੰਨ ਲਓ ਲੀਜ਼ ਤੇ ਗੱਡੀ ਲਈ ਸੀ, ਹੁਣ ਪੇਮੈਂਟ ਨਹੀਂ ਦਿੰਦੇ ਤਾਂ ਉਹ ਗੱਡੀ ਤੁਹਾਡੀ ਸੀਜ਼ ਕਰਕੇ ਲੈ ਗਿਆ, ਤਾਂ ਪੇਮੈਂਟਾਂ ਨਹੀਂ ਤੁਸੀਂ ਦਿੱਤੀਆਂ, ਤੇ ਉਹ ਵੀ ਸਾਰੀ ਇਨਫੋਰਮੇਸ਼ਨ ਹੋਊਗੀ ਉਹਦੇ ਤੇ। ਤੇ ਬਾਕੀ ਉਹਦੇ ਵਿੱਚ ਜੇ ਕੋਈ ਫਰਾਡ ਹੋਇਆ ਹੋਵੇ ਉਹ ਵੀ ਉਹਦੇ ਵਿੱਚ ਆਊਗਾ, ਬੈਂਕਰਪਸੀ ਵਗੈਰਾ ਦੀ ਇਨਫੋਰਮੇਸ਼ਨ ਆਊਗੀ। ਤੇ ਜੇ ਤੁਸੀਂ ਬੈਂਕਰਪਸੀ ਕਰਕੇ ਪੇਮੈਂਟ ਪਲਾਨ ਕੀਤਾ ਆ, ਉਹਨਾਂ ਦੇ ਨਾਲ ਕੋਈ ਸੈਟਲਮੈਂਟ ਹੋਈ ਹੋ ਆ, ਤੇ ਉਹ ਵੀ ਇਨਫੋਰਮੇਸ਼ਨ ਉੱਥੇ ਉਹਨਾਂ ਨੂੰ ਮਿਲੂਗੀ। ਤੇ ਹੋਰ ਜਿਹੜੀ ਇਨਫੋਰਮੇਸ਼ਨ ਉੱਥੇ ਤੁਹਾਨੂੰ ਹੋਊਗੀ ਕ੍ਰੈਡਿਟ ਲੋਨ ਵਾਲਿਆਂ ਦੇ ਲਈ, ਕਿ ਤੁਸੀਂ ਕਿਹੜਾ ਅਕਾਊਂਟ ਕਿੱਥੇ ਕਦੋਂ ਖੁਲਾਇਆ ਸੀਗਾ, ਉਹਦੀ ਸਾਰੀ ਹਿਸਟਰੀ ਉਹਨਾਂ ਨੂੰ ਮਿਲ ਸਕਦੀ ਆ। ਉੱਥੇ ਕਿੰਨੀ ਮਨੀ ਤੁਸੀਂ ਉਹ ਕਰਦੇ ਆ, ਜਾਂ ਕਿੰਨੀ ਮਨੀ ਹੈਗੀ ਆ, ਉਹ ਕਿੰਨਾ ਹੈਗਾ। ਫਿਰ ਜੇ ਕੀ ਤੁਸੀਂ ਉਹਦੀ ਜਿਹੜੀ ਲੋਨ ਲਿਆ ਸੀ ਉਹਦੀ ਪੇਮੈਂਟ ਔਨ ਟਾਈਮ ਕਰ ਰਹੇ ਆ, ਤੇ ਜਾਂ ਤੁਹਾਡੀਆਂ ਪੇਮੈਂਟ ਕੋਈ ਮਿਸ ਤੇ ਨਹੀਂ ਹੋਈਆਂ, ਤੇ ਕੀ ਤੁਹਾਡੀ ਕੋਈ ਪੇਮੈਂਟ ਮਿਸ ਹੋਣ ਨਾਲ ਜਾਂ ਲੋਨ ਜਿਹੜਾ ਡੈਟ ਸੀਗਾ ਉਹ ਕਲੈਕਸ਼ਨ ਏਜੰਸੀ ਨੂੰ ਤੇ ਨਹੀਂ ਗਿਆ ਸੀਗਾ, ਤੇ ਜਾਂ ਕਦੀ ਤੁਹਾਡੀ ਜਿਹੜੀ ਲਿਮਿਟ ਸੀ ਤੁਸੀਂ ਉਹ ਕ੍ਰਾਸ ਕਰਕੇ ਤਾਂ ਓਵਰ ਲਿਮਿਟ ਤੇ ਨਹੀਂ ਹੋ ਗਿਆ ਸੀ ਤੁਹਾਡਾ, ਤੇ ਵੀ ਜਿਹਦੇ ਨਾਲ ਉਹਨਾਂ ਨੂੰ ਕੋਈ ਤੁਹਾਡੇ ਤੇ ਐਕਸ਼ਨ ਲੈਣਾ ਪਿਆ ਹੋਵੇ। ਤੇ ਇੱਕ ਇਹਦੇ ਵਿੱਚ ਇਹ ਹੈਗਾ ਵੀ ਕੁਛ ਚੀਜ਼ਾਂ ਜਿਹੜੀਆਂ ਆ ਉਹ ਪਬਲਿਕ ਰੈਕਡ ਹੁੰਦੀਆਂ, ਜਿੱਦਾਂ ਬੈਂਕਰਪਸੀ ਆ ਉਹ ਪਬਲਿਕ ਰੈਕਡ ਆ ਉਹ, ਪਰ ਜਿਹੜਾ ਇਹਦੇ ਵਿੱਚ ਇਨਫੋਰਮੇਸ਼ਨ ਆ ਉਹ ਪਬਲਿਕ ਰੈਕਡ ਨਹੀਂ ਹੈਗੀ। ਉਹ ਇੱਦਾਂ ਨਹੀਂ ਵੀ ਕੋਈ ਵੀ ਤੁਹਾਡਾ ਕ੍ਰੈਡਿਟ ਚੈੱਕ ਕਰ ਸਕਦਾ, ਇੱਦਾਂ ਨਹੀਂ ਹੈਗਾ। ਪਰ ਉਹਦੇ ਵਿੱਚ ਕਈ ਇਨਫੋਰਮੇਸ਼ਨ ਹੁੰਦੀ ਆ ਜਿਹੜੀ ਪਬਲਿਕ ਰੈਕਡ, ਜਿੱਦਾਂ ਕੋਰਟ ਦੀ ਕੋਈ ਜੱਜਮੈਂਟ ਹੈਗੀ ਆ, ਕੋਈ ਬੈਂਕਰਪਸੀ ਆ, ਫੋਰਕਲੋਜ਼ਰ, ਉਹ ਇਨਫੋਰਮੇਸ਼ਨ ਪਬਲਿਕ ਨੂੰ ਹੁੰਦੀ ਆ, ਤੇ ਉਹ ਕੋਈ ਵੀ ਹੋਰ ਜਗ੍ਹਾ ਜਾ ਕੇ ਦੇਖ ਸਕਦਾ। ਉਹਦੇ ਬਾਰੇ ਆਪਾਂ ਫੇਕ ਤੇ ਗੱਲ ਕਰਾਂਗੇ, ਪਰ ਇਹਦੇ ਵਿੱਚ ਸਿਰਫ ਲੈਂਡਰ ਜਿਹੜੇ ਆ ਜਿਹਨੂੰ ਤੁਸੀਂ ਆਥੋਰਾਈਜ਼ ਕੀਤਾ ਉਹ ਹੀ ਦੇਖ ਸਕਦੇ ਆ, ਹੋਰ ਕੋਈ ਜਨਰਲ ਪਬਲਿਕ ਨਹੀਂ ਦੇਖ ਸਕਦੀ। ਪਰ ਉਹਦੇ ਵਿੱਚ ਪਬਲਿਕ ਵਾਲੀ ਇਨਫੋਰਮੇਸ਼ਨ ਵੀ ਹੁੰਦੀ ਆ। ਤੇ ਜਿਹੜੇ ਇਹ ਪਬਲਿਕ ਰੈਕਡ ਵਾਲੇ ਇਨਫੋਰਮੇਸ਼ਨ ਆ ਉਹ ਤੁਹਾਡੇ ਤੇ ਇੰਪੈਕਟ ਜ਼ਰੂਰ ਕਰਦੇ ਆ, ਭਾਵੇਂ ਉਹ ਬੈਂਕਰਪਸੀ ਆ, ਚਾਹੇ ਕੋਈ ਫੋਰਕਲੋਜ਼ਰ ਹੈਗਾ, ਚਾਹੇ ਕੋਈ ਤੁਹਾਡਾ ਹੋਰ ਤੁਸੀਂ ਫਰਾਡ ਕੀਤਾ ਕਿਸੇ ਦੇ ਨਾਲ, ਜਾਂ ਕੋਈ ਤੁਹਾਡੇ ਤੇ ਕ੍ਰਿਮੀਨਲ ਚਾਰਜ ਵੀ ਲੱਗਾ ਸੀਗਾ, ਮਨੀ ਰਿਲੇਟਡ ਸੀਗਾ, ਤੇ ਉਹ ਵੀ ਇਹਦੇ ਵਿੱਚ ਆਊਗਾ। ਹੁਣ ਜਦੋਂ ਆਪਾਂ ਇਹ ਰਿਪੋਰਟ ਲੈਂਦੇ ਆ ਤੇ ਇਹਦਾ ਫਾਇਦਾ ਕੀ ਹੁੰਦਾ ਸਾਨੂੰ ਲੈਣ ਦਾ? ਇੱਕ ਤਾਂ ਸਾਨੂੰ ਪਤਾ ਲੱਗਦਾ ਵੀ ਸਾਡਾ ਸਕੋਰ ਕੀ ਹੈਗਾ। ਜੇ ਕੱਲ੍ਹ ਨੂੰ ਆਪਾਂ ਲੋਨ ਲੈਣਾ ਤੇ ਸਾਨੂੰ ਪਤਾ ਵੀ ਜੇ ਅਸੀਂ ਇਹ ਕ੍ਰੈਡਿਟ ਸਕੋਰ ਸਾਡਾ ਲੋ ਆ ਤੇ ਅਸੀਂ ਇੰਪਰੂਵ ਨਹੀਂ ਕੀਤਾ, ਤਾਂ ਸਾਨੂੰ ਜਿਹੜੇ ਆ ਕਹਿ ਲਓ ਵੀ ਇਹ ਲੈਂਡਰ ਜਿੱਦਾਂ ਕਹਿ ਦਿੰਦੇ ਆ ਵੀ ਜਿਹੜੀਆਂ ਮੇਜਰ ਬੈਂਕਸ ਹੈਗੀਆਂ TD, CIBC, RBC ਵਗੈਰਾ, ਤੇ ਉਹ ਲੋਨ ਨਹੀਂ ਦਊਗੀਆਂ, ਤਾਂ ਫਿਰ ਸਾਨੂੰ B ਲੈਂਡਰ ਕੋਲ ਜਾਣਾ ਪੈਣਾ ਤੇ ਵੀ ਕਿਉਂ ਨਾ ਅਸੀਂ ਇੰਪਰੂਵ ਕਰ ਲਈਏ। ਜਾਂ ਕਈ ਵਾਰੀ ਹੋਰ ਵੀ ਮਾੜਾ ਰੈਕਡ ਹੈਗਾ, ਸਕੋਰ 500 ਤੋਂ ਵੀ ਥੱਲੇ ਆ, ਤੇ ਹੋ ਸਕਦਾ C ਲੈਂਡਰ ਜਿਹੜੇ ਆ ਬਹੁਤ ਪ੍ਰਾਈਵੇਟ ਹੈਗੇ ਆ, ਮਹਿੰਗੇ ਹੈਗੇ ਆ, ਬਹੁਤ ਜ਼ਿਆਦੀਆਂ ਸ਼ਰਤਾਂ ਹੁੰਦੀਆਂ, ਉਹਨਾਂ ਕੋਲ ਜਾਣਾ ਪਵੇ। ਤੇ ਉਹਦੇ ਲਈ ਕੀ ਆ ਵੀ ਜੇ ਸਾਡੇ ਕੋਲ ਰਿਪੋਰਟ ਹੈਗੀ ਆ ਤੇ ਜੇ ਅਸੀਂ ਉਹਨੂੰ ਪੜ੍ਹਾਂਗੇ ਤੇ ਹੋ ਸਕਦਾ ਕੋਈ ਸਾਡੀ ਰਿਪੋਰਟ ਦੇ ਵਿੱਚ ਕੋਈ ਗਲਤ ਇਨਫੋਰਮੇਸ਼ਨ, ਰੋਂਗ ਇਨਫੋਰਮੇਸ਼ਨ ਬਾਈ ਮਿਸਟੇਕ ਐਡ ਹੋਈ ਹੋਵੇ, ਜਾਂ ਕੋਈ ਇਨਫੋਰਮੇਸ਼ਨ ਕੱਢਣ ਵਾਲੀ ਹੋਵੇ ਕਿਸੇ ਨੇ ਕੱਢੀ ਨਹੀਂ, ਉਹ ਵੀ ਇਫੈਕਟ ਕਰਦੀ ਹੋਵੇ। ਤੇ ਇਸ ਕਰਕੇ ਜਦੋਂ ਵੀ ਤੁਸੀਂ ਰਿਪੋਰਟ ਐਵਰੀ ਈਅਰ ਚੈੱਕ ਕਰੋ, ਕਿਸੇ ਨੇ ਫਰਾਡ ਤੇ ਨਹੀਂ ਕੀਤਾ, ਕੋਈ ਇਨਫੋਰਮੇਸ਼ਨ ਪਿਛਲੇ ਸਾਲ 'ਚ ਬਦਲ ਗਈ, ਉਹ ਸਟਿਲ ਉੱਥੇ ਹੈਗੀ ਆ, ਤੇ ਉਹ ਵਾਲੀਆਂ ਚੀਜ਼ਾਂ ਸਾਨੂੰ ਪਤਾ ਲੱਗ ਸਕਦੀਆਂ, ਉਹਦੇ ਨਾਲ ਆਪਾਂ ਇੰਪਰੂਵ ਕਰ ਸਕਦੇ ਹਾਂ। ਫਿਰ ਜੇ ਆਪਾਂ ਜਿਹੜਾ ਇਹ ਦੋਨੇ ਆਰਗੇਨਾਈਜੇਸ਼ਨ ਹੈਗੀ, ਇਕੋਫੈਕਸ ਤੇ ਟਰੱਸਟ ਯੂਨੀਅਨ, ਉਹਨਾਂ ਦੇ ਨਾਲ ਜੇ ਮੰਥਲੀ ਆਪਾਂ ਅਕਾਊਂਟ ਖੋਲ੍ਹਿਆ ਆ, ਉਹ $20 ਬਗੈਰ ਮੰਥਲੀ ਲੈਂਦੇ ਆ, ਤੇ ਉਹਦੇ ਨਾਲ ਤੁਸੀਂ ਅਲਰਟ ਵੀ ਉਹਦੇ 'ਚ ਸੈਟਅਪ ਕਰ ਸਕਦੇ ਆ। ਅਲਰਟ ਕਰਨ ਦੇ ਨਾਲ ਇਹ ਹੈਗਾ ਵੀ ਜੇ ਕੋਈ ਵੀ ਤੁਹਾਡਾ ਰੈਕਡ ਚੈੱਕ ਕਰਦਾ, ਤੁਹਾਨੂੰ ਈਮੇਲ ਆ ਜਾਂਦੀ ਆ, ਜਾਂ ਫੋਨ ਤੇ ਵੀ ਅੱਜ ਕੱਲ੍ਹ ਹੈਗਾ ਟੈਕਸਟ ਆ ਜਾਣਾ ਤੇ ਫਲਾਣੇ ਨੇ ਤੁਹਾਡਾ ਚੈੱਕ ਕੀਤਾ। ਜੇ ਤੁਸੀਂ ਆਥੋਰਾਈਜ਼ ਨਹੀਂ ਉਹਨੂੰ ਕੀਤਾ ਸੀ ਤਾਂ ਫਿਰ ਉਹ
ਤੁਹਾਨੂੰ ਪਤਾ ਲੱਗ ਜਾਊਗਾ ਵੀ ਮੈਂ ਤਾਂ ਉਹਦੇ ਤੇ ਤੁਸੀਂ ਐਕਸ਼ਨ ਲੈ ਸਕਦੇ ਆ ਜਾਂ ਉਹਨੂੰ ਫਿਰ ਵਿੱਚੋਂ ਕਢਾ ਸਕਦੇ ਆ। ਤੇ ਇਦਾਂ ਹੀ ਜੇ ਕੋਈ ਤੁਹਾਡੇ ਤੇ ਫਰਾਡ ਉਹਦੇ 'ਚ ਕੋਈ ਮਿਸ ਇਨਫੋਰਮੇਸ਼ਨ ਕਿਸੇ ਨੇ ਪਾਈ, ਕੋਈ ਆਇਡੈਂਟੀ ਥੈਫਟ ਕਰਕੇ ਕੁਛ ਫਰਾਡ ਕਰਨ ਦੀ ਕੋਸ਼ਿਸ਼ ਕੀਤੀ, ਉਹ ਵੀ ਅਲਰਟ ਤੁਹਾਡੇ ਤੇ ਆ ਜਾਂਦਾ। ਜਿੱਦਾਂ ਤੁਹਾਨੂੰ ਉਹਦੀ ਜਿਹੜੀ ਇਨਫੋਰਮੇਸ਼ਨ ਆ ਜਾਂਦੀ ਹੈ। ਹੁਣ ਇੱਕ ਇਹ ਹੈਗਾ ਵੀ ਜਿਹੜੀਆਂ ਚੀਜ਼ਾਂ ਸਾਡੇ ਨੈਗੇਟਿਵ ਇਫੈਕਟ ਕਰਦੀਆਂ ਸਾਡੇ ਕ੍ਰੈਡਿਟ ਸਕੋਰ ਨੂੰ, ਉਹ ਕਿੰਨਾ ਚਿਰ ਰਹਿੰਦੀਆਂ। ਮੋਸਟਲੀ ਜਿਹੜੀਆਂ ਇਹ ਚੀਜ਼ਾਂ ਆ ਉਹ 6 ਤੋਂ 7 ਸਾਲ ਸਾਡੇ ਇਫੈਕਟ ਕਰਦੀਆਂ। ਤੇ ਜੇ ਆਪਾਂ ਜਿੱਦਾਂ ਬੈਂਕਰਪਸੀ ਕਿਸੇ ਨੇ ਕੀਤੀ ਸੀਗੀ ਤੇ ਸੈਟਲਮੈਂਟ ਹੋ ਗਈ, ਤੇ ਜਦੋਂ ਸੈਟਲਮੈਂਟ ਹੋ ਗਈ ਉਹ ਤੋਂ ਬਾਅਦ ਇਹ ਨਹੀਂ ਵੀ ਜਦੋਂ ਬੈਂਕਰਪਸੀ ਹੋਈ ਉਦੋਂ ਉਹ ਡੇਟ ਨਹੀਂ, ਪਰ ਜਦੋਂ ਤੁਹਾਡਾ ਸੈਟਲਮੈਂਟ ਹੋ ਗਈ, ਕੋਰਟ ਰਾਹੀਂ ਹੋਈ, ਜਿੱਦਾਂ ਵੀ ਹੋਈ, ਤੇ ਉਹ ਤੋਂ ਬਾਅਦ ਮਿਨੀਮਮ 3 ਸਾਲ ਉਹ ਇਫੈਕਟ ਰਹੂਗਾ। ਜਿੱਦਾਂ ਤੇ ਜਿਹੜੇ ਆਪਣੇ ਕੌਣ ਬੰਦੇ ਤੁਹਾਡਾ ਚੈੱਕ ਕਰ ਸਕਦੇ ਆ, ਉਹਦੇ 'ਚ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਕਿ ਇੱਕ ਤਾਂ ਜਿਨ੍ਹਾਂ ਤੋਂ ਵੀ ਲੋਨ ਲੈਣਾ ਉਹ ਚੈੱਕ ਕਰ ਸਕਦੇ ਤੁਹਾਡਾ ਰੈਕਡ। ਦੂਜਾ, ਜੇ ਤੁਸੀਂ ਰੈਂਟ ਤੇ ਰਹਿੰਦੇ ਆ ਤੇ ਤੁਸੀਂ ਕਿਤੇ ਅਪਲਾਈ ਕੀਤਾ ਲੈਂਡਲੋਰਡ ਦੇ ਰੈਂਟ ਘਰ ਲੈਣਾ ਜਾਂ ਕੋਈ ਬੇਸਮੈਂਟ ਕੋਈ ਵੀ ਚੀਜ਼ ਲੈਣੀ ਆ, ਤੇ ਉਹ ਵੀ ਲੈਂਡਲੋਰਡ ਵੀ ਤੁਹਾਡਾ ਰੈਕਡ ਚੈੱਕ ਕਰ ਸਕਦੇ ਆ। ਜੇ ਤੁਸੀਂ ਜਾਂ ਬਿਜ਼ਨਸ 'ਚ ਤੁਸੀਂ ਕਿਤੇ ਕੋਈ ਬਿਜ਼ਨਸ ਖੋਲ੍ਹਣਾ, ਲੀਜ਼ ਤੇ ਲੈਣੀ ਬਿਲਡਿੰਗ, ਤੇ ਉਹ ਵੀ ਤੁਹਾਡਾ ਚੈੱਕ ਕਰ ਸਕਦੇ ਆ। ਇੱਦਾਂ ਜੇ ਤੁਸੀਂ ਕਾਰ ਲੋਨ ਲੈਂਦੇ ਆ ਤੇ ਉਹ ਵੀ ਤੁਹਾਡਾ ਰੈਕਡ ਜਿਹੜਾ ਉਹ ਚੈੱਕ ਕਰ ਸਕਦੇ ਆ। ਕਈ ਵਾਰੀ ਸਾਡੇ ਕੋਲ ਕ੍ਰੈਡਿਟ ਕਾਰਡ ਦੀ ਪ੍ਰੋਪਰ ਹਿਸਟਰੀ ਨਹੀਂ ਹੁੰਦੀ, ਤਾਂ ਉਹਦੇ ਲਈ ਤੁਸੀਂ ਕੋਈ ਕਾਰ ਰੈਂਟ ਤੇ ਕਰਨੀ ਜਾਂ ਕੋਈ ਗੱਡੀ ਰੈਂਟ ਤੇ ਕੀਤੀ, ਉਹ ਵੀ ਤੁਹਾਡਾ ਰੈਕਡ ਜਿਹੜਾ ਉਹ ਕ੍ਰੈਡਿਟ ਸਕੋਰ ਜਿਹੜਾ ਚੈੱਕ ਕਰ ਸਕਦੇ ਆ। ਤੇ ਬਾਕੀ ਜਿਹੜੀਆਂ ਚੀਜ਼ਾਂ ਤੁਹਾਨੂੰ ਨੈਗੇਟਿਵ ਇੰਪੈਕਟ ਕਰਦੀਆਂ, ਉਹ ਜੇ ਆਪਾਂ ਖਿਆਲ ਰੱਖੀਏ ਉਹਨਾਂ ਦੇ ਵਿੱਚ ਜਿੱਦਾਂ ਆਪਾਂ ਜਿਹੜਾ ਤੁਸੀਂ ਘਰ ਬਦਲਦੇ ਆ ਜਦੋਂ, ਉਹ ਵੀ ਸਾਡੇ ਤੇ ਇਫੈਕਟ ਕਰਦਾ। ਜੇ ਅਸੀਂ ਬਹੁਤ ਫਰੀਕੁਐਂਟਲੀ ਘਰ ਬਦਲਦੇ ਰਹਿੰਦੇ ਆ 5 ਸਾਲ ਤੋਂ ਘੱਟ ਦੇ ਵਿੱਚ, ਤਾਂ ਉਹ ਵੀ ਸਾਡੇ ਤੇ ਨੈਗੇਟਿਵ ਇਫੈਕਟ ਹੁੰਦਾ। ਇੱਦਾਂ ਹੀ ਜੇ ਅਸੀਂ ਜੌਬ ਜਲਦੀ ਬਦਲਦੇ ਆ, ਉਹ ਵੀ ਸਾਡੇ ਤੇ ਨੈਗੇਟਿਵ ਇਫੈਕਟ ਹੁੰਦਾ। ਤੇ ਜੇ ਸਾਡੇ ਕੋਲ ਲੋਨ ਜਿਹੜੇ ਅਨਸਿਕਿਉਰਡ ਆ ਉਹ ਜ਼ਿਆਦਾ ਯੂਜ਼ ਕਰਦੇ ਆ, ਉਹ ਵੀ ਸਾਡੇ ਤੇ ਨੈਗੇਟਿਵ ਇਫੈਕਟ ਹੁੰਦਾ। ਜਿਹੜੇ ਕ੍ਰੈਡਿਟ ਕਾਰਡ ਆ, ਉਹ ਜੇ ਅਸੀਂ ਉਹਦੀ ਪੇਮੈਂਟ ਟਾਈਮਲੀ ਨਹੀਂ ਦਿੰਦੇ, ਐਟਲੀਸਟ ਮਿਨੀਮਮ ਜਿੱਦਾਂ ਇੰਟਰਸਟ ਹੁੰਦਾ, ਜੇ ਉਹ ਨਹੀਂ ਦਿੰਦੇ ਤੇ ਉਹ ਸਾਡੀ ਆਮੇ ਲੇਟ ਹੁੰਦੀ ਰਹਿੰਦੀ ਆ, ਉਹ ਵੀ ਸਾਡਾ ਨੈਗੇਟਿਵ ਇਫੈਕਟ ਹੁੰਦਾ। ਤੇ ਕਈ ਵਾਰੀ ਕਈਆਂ ਬੰਦਿਆਂ ਨੂੰ ਲੱਗਦਾ ਵੀ ਜੇ ਅਸੀਂ ਲੋਨ ਪੇ ਆਫ ਕਰ ਦਈਏ ਵੀ ਸਾਡਾ ਜਿਹੜਾ ਕ੍ਰੈਡਿਟ ਸਕੋਰ ਵੱਧ ਜਾਣਾ, ਤੇ ਇਹ ਵੀ ਇੱਕ ਮਿਥ ਹੈਗੀ ਆ। ਜੇ ਤੁਹਾਡੇ ਤੇ ਕੋਈ ਲੋਨ ਨਹੀਂ, ਤੁਸੀਂ ਮੰਨ ਲਓ ਘਰ ਫ੍ਰੀ ਕਰ ਦਿੱਤਾ, ਤਾਂ ਉਹ ਵੀ ਇੱਕ ਨੈਗੇਟਿਵ ਤੁਹਾਡੇ ਤੇ ਇਫੈਕਟ ਹੁੰਦਾ, ਕਿਉਂਕਿ ਹੁਣ ਤੁਹਾਡੀ ਕੋਈ ਹਿਸਟਰੀ ਬਿਲਡ ਨਹੀਂ ਹੋ ਰਹੀ। ਤੇ ਇਸੇ ਤਰ੍ਹਾਂ ਕਈ ਬੰਦੇ ਜਿਹੜੇ ਆ ਉਹ ਪ੍ਰੈਫਰ ਕਰਦੇ ਆ ਵੀ ਜੇ ਆਪਾਂ ਕੈਸ਼ ਦਈਏ, ਕਿਤੇ ਵੀ ਕਰ ਲਏ ਵੀ ਕਾਰਡ ਨਹੀਂ ਦੇਣਾ, ਕਾਰਡ ਤੇ ਫਰਾਡ ਹੋ ਜਾਂਦੇ ਆ, ਤੇ ਉਹ ਵੀ ਤੁਹਾਡੇ ਤੇ ਨੈਗੇਟਿਵ ਇਫੈਕਟ ਹੁੰਦਾ ਵੀ ਤੁਹਾਡਾ ਕਾਰਡ, ਜੇ ਤੁਸੀਂ ਕਾਰਡ ਜਿਹੜੇ ਕ੍ਰੈਡਿਟ ਕਾਰਡ ਹੈ ਉਹ ਯੂਜ਼ ਨਹੀਂ ਕਰਦੇ, ਤਾਂ ਤੁਹਾਨੂੰ ਉਹਦਾ ਨੈਗੇਟਿਵ ਇਫੈਕਟ ਹੋਣਾ। ਤੁਸੀਂ ਕਾਰਡ ਯੂਜ਼ ਕਰੋ ਕੈਸ਼ ਦੀ ਜਗ੍ਹਾ, ਪਰ ਤੁਸੀਂ ਰਾਈਟ ਵੇ ਭਾਵੇਂ ਪੇ ਕਰ ਦਿਓ, ਜਾਂ ਤੁਸੀਂ ਆਪਣੇ ਅਕਾਊਂਟ 'ਚ ਪਹਿਲਾਂ ਹੀ ਮਨੀ, ਮੰਨ ਲਓ ਤੁਹਾਨੂੰ ਪਤਾ ਵੀ ਅਸੀਂ 5000 ਦਾ ਖਰਚਾ ਕਰਨਾ ਮਹੀਨੇ ਦਾ ਜਾਂ 2000 ਦਾ, ਤੁਸੀਂ ਪਹਿਲਾਂ ਹੀ ਕਾਰਡ ਦੇ ਵਿੱਚ ਕ੍ਰੈਡਿਟ ਪਾ ਦਿਓ $2000, ਤੇ ਉਹਦੇ ਨਾਲ ਇਹ ਆ ਵੀ ਉਹ ਤੁਹਾਨੂੰ ਬਿੱਲ ਦਾ ਫਿਕਰ ਨਹੀਂ ਕਿ ਤੁਸੀਂ ਆਲਰੇਡੀ ਉਹਦੇ 'ਚ ਪਾਏ ਆ, ਪਰ ਉਹਦੇ ਨਾਲ ਇਹ ਹੋਊਗਾ ਵੀ ਤੁਹਾਡਾ ਕਾਰਡ ਜਿਹੜਾ ਆ ਉਹ ਯੂਜ਼ ਹੋ ਰਿਹਾ, ਰੈਕਡ ਬਣ ਰਿਹਾ। ਇੱਕ ਕਾਫੀ ਜਿਹੜੇ ਲੋਕ ਨਵੇਂ ਆਉਂਦੇ ਆ, ਖਾਸ ਕਰ ਕਈ ਵਾਰੀ ਪੇਰੈਂਟਸ ਆਉਂਦੇ ਆ, ਸੀਨੀਅਰ ਆਉਂਦੇ ਆ, ਉਹਨਾਂ ਦਾ ਆਪਾਂ ਕਾਰਡ ਨਹੀਂ ਬਣਾਉਂਦੇ ਕ੍ਰੈਡਿਟ ਕਾਰਡ, ਤੇ ਆਪਾਂ ਸੋਚਦੇ ਵੀ ਇਹਨਾਂ ਨੂੰ ਕੀ ਆਪਾਂ ਵੀ ਸਾਡੇ ਨਾਲ ਰਹਿਣਾ ਆ, ਜਾਂ ਇਹਨਾਂ ਨੂੰ ਬਹੁਤੀ ਲੋੜ ਨਹੀਂ ਪੈਣੀ, ਤੇ ਜਾਂ ਬਜ਼ੁਰਗ ਜਿਹੜੇ ਆ ਉਹ ਕ੍ਰੈਡਿਟ ਕਾਰਡ ਦੀ ਜਗ੍ਹਾ ਡੈਬਿਟ ਕਾਰਡ ਜਾਂ ਕੈਸ਼ ਦਿੰਦੇ ਰਹਿੰਦੇ, ਜਿਹੜਾ ਜਿੱਥੇ ਕਿਤੇ ਟ੍ਰਾਂਜੈਕਸ਼ਨ ਕਰਨੀ ਆ। ਉਹ ਵੀ ਬਹੁਤ ਗਲਤ ਗੱਲ ਹੈਗੀ ਆ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ, ਕਈ ਕੇਸਾਂ 'ਚ ਮੈਂ ਦੇਖਿਆ ਕਿ ਮਤਲਬ ਬੱਚਿਆਂ ਨੇ ਘਰ ਲੈਣਾ, ਪੇਰੈਂਟਸ ਵਿੱਚ ਹੈਗੇ, ਭਾਵੇਂ ਉਹਨਾਂ ਨੂੰ ਪੈਨਸ਼ਨ ਆਉਂਦੀ ਆ, ਪਰ ਉਹਨੇ ਕਦੀ ਕ੍ਰੈਡਿਟ ਕਾਰਡ ਨਹੀਂ ਬਣਾਇਆ, ਇਸ ਕਰਕੇ ਉਹਨਾਂ ਦੀ ਕੋਈ ਕ੍ਰੈਡਿਟ ਹਿਸਟਰੀ ਨਹੀਂ ਬਿਲਡ ਹੋਈ ਹੁੰਦੀ, ਤੇ ਉਹਦੇ ਕਰਕੇ ਉਹ ਉਹਨਾਂ ਦਾ ਨਾਂ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਤੇ ਇਸ ਕਰਕੇ ਜਦੋਂ ਵੀ ਕੋਈ ਵੀ ਬੰਦਾ ਕੈਨੇਡਾ 'ਚ ਆ ਗਿਆ, ਤੇ ਉਹਦਾ ਜਿਹੜਾ ਕਾਰਡ ਰਾਈਟ ਵੇ ਬਣਾਓ, ਤੇ ਭਾਵੇਂ ਉਹ $100 ਦਾ ਕੁਛ ਵੀ ਚੀਜ਼ ਲੈਣੀ ਉਹਨੂੰ ਕਹੋ ਉਹਦੇ ਤੇ ਲਓ, ਤਾਂ
ਭਾਵੇਂ ਨਾਲੋਂ ਨਾਲ ਪੇ ਕਰੋ ਤੇ ਪਰ ਉਹਦੇ ਨਾਲ ਉਹਦੀ ਕ੍ਰੈਡਿਟ ਹਿਸਟਰੀ ਬਿਲਡ ਹੋਊਗੀ। ਇੱਦਾਂ ਹੀ ਜਿਹੜੇ ਤੁਹਾਡੇ ਬੱਚੇ ਆ ਉਹਨਾਂ ਨੂੰ ਵੀ ਭਾਵੇਂ ਜਿੱਦਾਂ $200 ਦੀ ਲਿਮਿਟ ਜਾਂ ਮਿਨੀਮਮ ਇੱਕ $500 ਆ, ਉਹਦਾ ਕਾਰਡ ਲੈ ਕੇ ਦਿਓ ਜਦੋਂ ਵੀ ਉਹ ਕੰਮ ਕਰਨ ਲੱਗ ਪੈਣ, 14-15 ਸਾਲ ਦੇ ਹੋ ਜਾਂਦੇ ਆ, ਤੇ ਤਾਂ ਕਿ ਉਹਨਾਂ ਦੀ ਹਿਸਟਰੀ ਨਾਲੋਂ ਨਾਲ ਬਿਲਡ ਹੋਣੀ ਸ਼ੁਰੂ ਹੋ ਜਾਵੇ। ਜੇ ਜਦੋਂ ਉਹਨੇ ਕਾਲਜ ਯੂਨੀਵਰਸਿਟੀ ਜਾਣਾ ਤੇ ਜੇ ਉਹਨਾਂ ਨੂੰ ਸਟੂਡੈਂਟ ਲੋਨ ਲੈਣਾ ਤੇ ਉਹਨਾਂ ਦੀ ਕ੍ਰੈਡਿਟ ਹਿਸਟਰੀ ਬਿਲਡ ਹੋਈ ਹੋਵੇ, ਜਾਂ ਕੱਲ੍ਹ ਨੂੰ ਉਹਨਾਂ ਨੇ ਜਦੋਂ ਘਰ ਲੈਣਾ ਤੇ ਉਹਨਾਂ ਦੇ ਕੋਲ ਕਾਰਡ ਹੋਊਗਾ ਤੇ ਉਹਨਾਂ ਦੀ ਹਿਸਟਰੀ ਇੱਥੇ ਬਿਲਡ ਹੋਊਗੀ। ਕਿਉਂਕਿ ਜਿਹੜਾ ਵੀ ਜੇ ਆਪਾਂ ਕੋਈ ਵੀ ਲੋਨ ਲੈਂਦੇ ਆ ਜਾਂ ਕ੍ਰੈਡਿਟ ਕਾਰਡ ਲੈਂਦੇ ਆ ਤੇ ਉਹ ਜੇ ਅਸੀਂ ਨਾਲੋਂ ਨਾਲ ਪੇ ਕਰਦੇ ਆ ਤੇ ਉਹ ਸਾਡਾ ਜਿਹੜਾ ਆ ਉਹਦੇ ਤੇ ਜ਼ਿਆਦਾ ਸਾਡਾ ਕ੍ਰੈਡਿਟ ਸਕੋਰ ਜਿਹੜਾ ਵਧੀਆ ਹੁੰਦਾ। ਤੇ ਆਪਾਂ ਵਿੱਚ ਗੱਲ ਕਰੇ ਲਈ ਸੀ ਵੀ ਕਿੱਦਾਂ ਇੰਪਰੂਵ ਕਰ ਸਕਦੇ ਆ। ਇੱਕ ਤਾਂ ਕ੍ਰੈਡਿਟ ਕਾਰਡ ਆਲਵੇਜ਼ ਯੂਜ਼ ਕਰੋ, ਇਹਦੇ ਨਾਲ ਤੁਹਾਡੀ ਕ੍ਰੈਡਿਟ ਹਿਸਟਰੀ ਬਿਲਡ ਹੁੰਦੀ ਆ, ਪਰ ਪੇਮੈਂਟਾਂ ਮਿਸ ਨਾ ਕਰੋ। ਨਾ ਹੀ ਜਿਹੜੀ ਮਿਨੀਮਮ ਪੇਮੈਂਟ ਉਹਦੀ ਡੇਟ ਹੈ ਉਹਨੂੰ ਲੰਘਣ ਦਿਓ। ਉਹ ਕੈਲੰਡਰ 'ਚ ਪਾ ਲਓ ਵੀ ਇੰਨੀ ਤਰੀਕ ਨੂੰ ਹੁੰਦੀ, ਉਹ ਤੋਂ 4-5 ਦਿਨ ਪਹਿਲਾਂ ਹੀ ਪੇ ਕਰ ਦਿਓ। ਤੇ ਦੂਜਾ, ਕਦੀ ਵੀ ਲਿਮਿਟ ਜਿਹੜੀ ਆ ਉਹਨੂੰ ਉਹ ਤੋਂ 75% ਤੋਂ ਜ਼ਿਆਦਾ ਟਰਾਈ ਕਰੋ ਵੀ ਨਾ ਹੋਵੇ। ਜੇ ਤੁਹਾਡੇ ਕੋਲ 10,000 ਦੀ ਲਿਮਿਟ ਆ ਤੇ 7500 ਤੋਂ ਜ਼ਿਆਦਾ ਉੱਤੇ ਨਾ ਚੱਕੋ। ਜੇ ਨਹੀਂ ਬਹੁਤੇ ਜ਼ਿਆਦਾ ਲੋਡ ਆ ਫਿਰ ਚਲੋ ਡਿਫਰੈਂਟ ਹੈਗੀ ਆ। ਤੇ ਕੋਈ ਵੀ ਪੇਮੈਂਟ ਕਦੀ ਵੀ NSF ਨਾ ਹੋਣ ਦਿਓ। ਹਮੇਸ਼ਾ ਭਾਵੇਂ ਲਿਸਟ ਬਣਾ ਕੇ ਰੱਖ ਲਓ ਵੀ ਆਹ ਸਾਡੀਆਂ ਪੇਮੈਂਟਾਂ ਜਾਂਦੀਆਂ, ਕ੍ਰੈਡਿਟ ਕਾਰਡ ਆ, ਇੰਸ਼ੋਰੈਂਸ ਆ, ਕਾਰ ਦਾ ਲੋਨ ਆ, ਕਾਰ ਦੀ ਇੰਸ਼ੋਰੈਂਸ ਆ, ਘਰ ਦੀ ਆ, ਪ੍ਰੋਪਰਟੀ ਟੈਕਸ, ਜੋ ਵੀ ਜਾਂਦਾ ਕਿਹੜੀ ਤਰੀਕ ਨੂੰ ਜਾਂਦਾ। ਤੇ ਜਾਂ ਤੁਸੀਂ ਸ਼ੁਰੂ 'ਚ ਪਤਾ ਵੀ ਇਸ ਮਹੀਨੇ ਵੀ ਇੰਨੀਆਂ ਪੇਮੈਂਟਾਂ ਜਾਣੀਆਂ ਤੇ ਇੰਨੀ ਮਨੀ ਚਾਹੀਦੀ ਆ ਉਸ ਅਕਾਊਂਟ 'ਚ ਹੋਣੀ ਚਾਹੀਦੀ ਆ। ਕਿਉਂਕਿ ਜਦੋਂ ਵੀ ਉਹ NSF ਹੁੰਦਾ, ਇੱਕ ਹੁਣ ਉਹਦਾ ਨੈਗੇਟਿਵ ਇਹ ਵੀ ਹੁੰਦਾ ਵੀ ਅੱਜ ਕੱਲ੍ਹ $25 ਤੋਂ $50 ਉਹ ਵੀ ਚਾਰਜ ਕਰਦੇ ਜੇ NSF। ਕਈ ਵਾਰੀ ਪੇਮੈਂਟ ਤੁਹਾਡੀ $20 ਦੀ ਹੁੰਦੀ, $50 ਉਹ NSF ਕਰਕੇ ਚਾਰਜ ਕਰ ਲੈਂਦੇ ਆ। ਤੇ ਇਸ ਤਰ੍ਹਾਂ ਜਿਹੜਾ ਮੇਨ ਗੱਲ ਇਹ ਹੈਗੀ ਆ ਵੀ ਜਿਹੜੀ ਕ੍ਰੈਡਿਟ ਹਿਸਟਰੀ ਆ ਸਾਡਾ, ਇਹ ਇੱਕ ਕਿਸਮ ਦਾ ਜਿੱਦਾਂ ਆਪਾਂ ਬਾਹਰਲੀ ਦੁਨੀਆ 'ਚ ਸਾਡਾ ਕਿਰਦਾਰ ਹੁੰਦਾ, ਕਰੈਕਟਰ ਹੁੰਦਾ ਵੀ ਬੰਦਾ ਵਧੀਆ ਤੇ ਉਹ ਤੁਹਾਡਾ ਮਿਲਣ ਵਰਤਣ ਉਹ ਸਾਰਾ ਸੁਭਾਅ ਦੇ ਹਿਸਾਬ ਨਾਲ ਹੁੰਦਾ। ਇੱਦਾਂ ਹੀ ਉਹ ਤੋਂ ਵੀ ਜ਼ਿਆਦਾ ਇੰਪੋਰਟੈਂਟ ਆ ਸਾਡੀ ਕ੍ਰੈਡਿਟ ਹਿਸਟਰੀ। ਤੇ ਜੇ ਅਸੀਂ ਉਹ ਨਹੀਂ ਚੰਗੀ ਰੱਖਾਂਗੇ, ਕ੍ਰੈਡਿਟ ਸਕੋਰ ਨਹੀਂ ਵਧੀਆ ਰੱਖਾਂਗੇ ਤੇ ਫਿਰ ਸਾਨੂੰ ਕਾਫੀ ਪ੍ਰੋਬਲਮਸ ਆਊਗੀਆਂ। ਪਲੱਸ ਸਾਨੂੰ ਜਿਹੜਾ ਲੋਨ ਵਗੈਰਾ ਉਹ ਕਾਫੀ ਹਾਈ ਰਿਸਕ, ਹਾਈ ਇੰਟਰਸਟ ਵਾਲੇ ਮਿਲੂਗੇ, ਵੱਧ ਕੰਡੀਸ਼ਨਸ ਵਾਲੇ ਮਿਲੂਗੇ। ਤੁਸੀਂ ਕਈ ਵਾਰੀ ਫਸ ਜਾਂਦੇ ਆ ਉਹਨਾਂ ਦੇ ਜਾਲ ਵਿੱਚ, 5-6 ਸਾਲ ਦੇ ਵੱਧ ਜਾਂਦੇ ਆ। ਤੇ ਇਸ ਕਰਕੇ ਜਿੱਦਾਂ ਆਪਣੇ ਪੰਜਾਬੀ 'ਚ ਹੈਗਾ ਕਿ ਚਾਦਰ ਦੇਖ ਕੇ ਪੈਰ ਪਸਾਰੋ, ਤੇ ਕੋਸ਼ਿਸ਼ ਕਰੋ ਵੀ ਜਿੰਨਾ ਕੁ ਤੁਹਾਡਾ ਲਿਮਿਟ ਹੈਗੀ ਆ, ਜਿੰਨਾ ਕੁ ਤੁਹਾਡੀ ਇਨਕਮ ਹੈਗੀ ਆ, ਉਹਦੇ ਵਿਦਨ ਦਾ ਮੀਨਸ ਆਪਣੇ ਖਰਚੇ ਰੱਖੋ ਤੇ ਚਾਦਰ ਜ਼ਿਆਦਾ ਨਾ ਪਸਾਰੋ ਤਾਂ ਕਿ ਆਪਾਂ ਨੂੰ ਪ੍ਰੋਬਲਮ ਨਾ ਆਵੇ। ਪਰ ਜੇ ਕਦੀ ਪ੍ਰੋਬਲਮ ਆ ਜਾਂਦੀ ਆ ਤੇ ਉਹਨੂੰ ਹਾਈਡ ਨਾ ਕਰੋ ਤੇ ਉਹਨੂੰ ਜਿਹਦੇ ਨਾਲ ਵੀ ਆਈ ਆ ਉਹਦੇ ਨਾਲ ਓਪਨਲੀ ਗੱਲ ਕਰੋ। ਕਈ ਵਾਰੀ ਆਪਾਂ ਹਾਈਡ ਕਰਕੇ ਤੇ ਹੋਰ ਗੱਲ ਵਿਗਾੜ ਲੈਂਦੇ ਆ ਕਿ ਉਹ ਆਪਾਂ ਨੂੰ ਉੱਦਾਂ ਨਹੀਂ ਸੋਚਦੇ ਵੀ ਇਹ ਇੱਥੇ ਸਾਰਾ ਕੁਝ ਸਿਸਟਮ ਦੇ ਵਿੱਚ ਚੱਲਦਾ ਤੇ ਸਾਰਾ ਕੁਝ ਕਨੈਕਟਡ ਹੈਗਾ। ਤੇ ਇਸ ਕਰਕੇ ਜੇ ਆਪਾਂ ਓਪਨਲੀ ਦੱਸ ਦਿੰਦੇ ਵੀ ਆਹ ਪ੍ਰੋਬਲਮ ਆ ਤੇ ਮੈਨੂੰ ਦੱਸੋ ਵੀ ਕਿੱਦਾਂ ਆਪਾਂ ਇਹਨੂੰ ਸੋਲਵ ਕਰ ਸਕਦੇ ਆ। ਤੇ ਮੈਨੂੰ ਲੱਗਦਾ ਜਿਹੜੇ ਲੈਂਡਰ ਵੀ ਹੁੰਦੇ ਆ ਤੇ ਇੰਸ਼ੋਰੈਂਸ ਕੰਪਨੀਆਂ, ਬੈਂਕਾਂ, ਉਹ ਵੀ ਬਿਲਿੰਗ ਹੁੰਦੀਆਂ ਕਿਉਂਕਿ ਉਹਨਾਂ ਨੂੰ ਵੀ ਕੰਜ਼ਿਊਮਰ ਚਾਹੀਦੇ ਆ, ਕਲਾਇੰਟ ਚਾਹੀਦੇ ਆ ਵੀ ਉਹ ਤੁਹਾਡੇ ਨਾਲ ਤੁਹਾਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਹੁੰਦੇ, ਤੁਹਾਡੇ ਨਾਲ ਰੱਖਣਾ ਚਾਹੁੰਦੇ ਕਿਉਂਕਿ ਤੁਸੀਂ ਉਹਨਾਂ ਨੂੰ ਬਿਜ਼ਨਸ ਦਿੰਦੇ ਆ। ਤੇ ਇਸ ਕਰਕੇ ਉਹਨਾਂ ਤੋਂ ਡਰਨ ਦੀ ਨਹੀਂ ਲੋੜ। ਤੇ ਆਪਣਾ ਕ੍ਰੈਡਿਟ ਸਕੋਰ ਜਿਹੜਾ ਆ ਟਾਈਮ ਟੂ ਟਾਈਮ ਚੈੱਕ ਕਰਦੇ ਰਹੋ ਤਾਂ ਕਿ ਤੁਹਾਨੂੰ ਜੇ ਕਦੀ ਕੁਛ ਫਰਾਡ ਹੁੰਦਾ ਜਾਂ ਗਲਤ ਇਨਫੋਰਮੇਸ਼ਨ ਆ ਤੇ ਉਹ ਕਰੈਕਟ ਹੁੰਦੀ ਰਹੇ। ਦੂਜਾ, ਜੇ ਤੁਸੀਂ ਫੋਨ ਬਦਲਿਆ, ਘਰ ਬਦਲਿਆ ਜਾਂ ਕੋਈ ਤੁਹਾਡੇ ਬੱਚਾ ਨਵਾਂ ਕੋਈ ਵੀ ਇਨਫੋਰਮੇਸ਼ਨ ਚੇਂਜ ਹੋਈ ਆ, ਪਾਸਪੋਰਟ ਬਦਲ ਗਿਆ, ਲਾਇਸੈਂਸ ਬਦਲ ਗਿਆ, ਉਹ ਵੀ ਟਾਈਮ ਟੂ ਟਾਈਮ ਉਹਨਾਂ ਨੂੰ ਅਪਡੇਟ ਕਰਦੇ ਰਹੋ ਤੇ ਤਾਂ ਕਿ ਤੁਹਾਨੂੰ ਜਿਹੜੀ ਆ ਤੁਹਾਡਾ ਕ੍ਰੈਡਿਟ ਸਕੋਰ ਅਪ ਰਹੇ। ਤੇ ਟਰਾਈ ਕਰੋ ਵੀ ਤੁਹਾਡਾ ਸਕੋਰ ਜਿਹੜਾ 700 ਤੋਂ ਅਬਵ ਹੋਵੇ ਤਾਂ ਕਿ ਤੁਹਾਨੂੰ ਲੋਨ ਲੈਣ 'ਚ ਕੋਈ ਪ੍ਰੋਬਲਮ ਨਾ ਹੋਵੇ। ਤੇ ਇੱਕ ਮੈਂ ਅਖੀਰ ਦੇ ਵਿੱਚ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਣੀ ਕਮਿਊਨਿਟੀ 'ਚ ਜਿਹੜਾ ਪ੍ਰੋਫੈਸ਼ਨਲਿਜ਼ਮ ਬੜਾ ਘੱਟ ਹੈਗਾ ਤੇ ਦੂਜਾ ਅਸੀਂ ਪ੍ਰੋਫੈਸ਼ਨਲ ਦੇ ਉੱਤੇ ਬਹੁਤ ਘੱਟ ਵਿਸ਼ਵਾਸ ਕਰਦੇ ਹਾਂ ਤੇ ਆਪਾਂ ਸੋਚਦੇ ਹਾਂ ਵੀ ਉਹਦੀ ਕੀ ਲੋੜ ਆ, ਹੈ ਨਾ।
ਤੇ ਜੇ ਲਾਇਰ ਦੀ ਲੋੜ ਹੈ ਤਾਂ ਉਹ ਵੀ ਟਰਾਈ ਕਰਦੇ ਆ ਵੀ ਆਪੇ ਕਿਸੇ ਢੰਗ ਨਾਲ ਸੋਲਵ ਕਰ ਲਈਏ। ਲਾਇਰ ਨੂੰ ਕੱਲ੍ਹ ਹਾਇਰ ਕਰਨਾ, ਉਹ ਪੈਸੇ ਬਹੁਤ ਚਾਰਜ ਕਰਦੇ ਆ। ਡਾਕਟਰ ਕੋ ਵੀ ਉਹ ਤਾਂ ਚਲੋ ਆਪਣਾ ਹੈਲਥ ਕੇਅਰ ਫ੍ਰੀ ਕਰਕੇ ਆਪਾਂ ਚਲ ਜਾਂਦੇ, ਨਹੀਂ ਤਾਂ ਬਹੁਤ ਆਪਾਂ ਉਹ ਵੀ ਨਾ ਜਾਈਏ। ਤੇ ਪਰ ਇੱਦਾਂ ਹੀ ਜਿਹੜਾ ਸਾਡਾ ਅਸੀਂ ਸਾਰਾ ਦਿਨ ਦੌੜ ਭੱਜ ਕਰਕੇ ਕੰਮ ਕਰਕੇ ਬਿਜ਼ਨਸ ਕਰਕੇ ਤਾਂ ਮਨੀ ਬਣਾਉਂਦੇ ਆ, ਤੇ ਉਹਨੂੰ ਮੈਨੇਜ ਕਿੱਦਾਂ ਕਰਨਾ, ਉਹਦੇ ਨਾਲ ਆਪਾਂ ਲਾਈਫ ਸਟਾਈਲ ਕਿੱਦਾਂ ਵਧੀਆ ਰੱਖਣਾ, ਉਹਦੇ ਲਈ ਐਡਵਾਈਸ ਲੈਣ ਤੋਂ ਅਸੀਂ ਡਰਦੇ ਹਾਂ ਵੀ ਕਈ ਵਾਰੀ ਕਹਿੰਦੇ ਉਹ ਇੰਸ਼ੋਰੈਂਸ ਵਾਲਾ ਆ ਗਿਆ ਤੇ ਸ਼ਾਇਦ ਵੀ ਪਤਾ ਨਹੀਂ ਉਹਨੇ ਕੀ ਸਾਨੂੰ ਲੁੱਟ ਲੈਣਾ। ਤੇ ਇਸ ਕਰਕੇ ਅਸੀਂ ਐਡਵਾਈਜ਼ਰ ਨਹੀਂ ਆਪਣਾ ਰੱਖਦੇ। ਫਾਈਨੈਂਸ਼ੀਅਲ ਐਡਵਾਈਜ਼ਰ ਤੁਹਾਡੇ ਕੋਲ ਜਿੱਦਾਂ ਤੁਹਾਡਾ ਡਾਕਟਰ ਆ, ਅਕਾਊਂਟੈਂਟ ਹੈਗਾ, ਲਾਇਰ ਹੈਗਾ, ਇੱਦਾਂ ਹੀ ਤੁਹਾਡੇ ਕੋਲ ਫਾਈਨੈਂਸ਼ੀਅਲ ਐਡਵਾਈਜ਼ਰ ਹਰੇਕ ਹੋਣਾ ਚਾਹੀਦਾ, ਜਿੱਥੋਂ ਤੁਸੀਂ ਟਾਈਮ ਟੂ ਟਾਈਮ ਐਡਵਾਈਜ਼ ਲੈਂਦੇ ਰਹੋ। ਤੇ ਪਰ ਇਹ ਵੀ ਹੈਗਾ ਵੀ ਉਹ ਐਡਵਾਈਜ਼ਰ ਵੀ ਇਕੱਲਾ ਇੰਸ਼ੋਰੈਂਸ ਏਜੰਟ ਨਹੀਂ ਹੋਣਾ ਚਾਹੀਦਾ ਵੀ ਇਕੱਲਾ ਸੈੱਲ ਕਰਨ ਵਾਲਾ, ਉਹਦੇ ਕੋਲ ਸਹੀ ਇਨਫੋਰਮੇਸ਼ਨ ਹੋਣੀ ਚਾਹੀਦੀ ਆ ਸਾਰੀਆਂ ਚੀਜ਼ਾਂ। ਜਿੱਦਾਂ ਆਪਾਂ ਪਿਛਲੀਆਂ ਵੀਡੀਓ 'ਚ ਫਾਈਨੈਂਸ਼ੀਅਲ ਪਲੈਨਿੰਗ ਬਾਰੇ, estate ਪਲੈਨਿੰਗ ਬਾਰੇ ਆਪਾਂ ਗੱਲਬਾਤ ਕੀਤੀ ਸੀਗੀ, ਤੇ ਉਹ ਸਾਰੀਆਂ ਚੀਜ਼ਾਂ ਦਾ ਪਤਾ ਹੋਵੇ ਤਾਂ ਤੁਹਾਨੂੰ ਉਹ ਸਹੀ ਗਾਈਡ ਕਰ ਸਕਦਾ। ਕਿਉਂਕਿ ਜਿਹੜਾ ਪ੍ਰੋਫੈਸ਼ਨਲ ਆ ਉਹਨੇ ਸਾਰੀ ਇਨਫੋਰਮੇਸ਼ਨ ਲਈਓ ਆ ਜਿਹੜੀ ਤੁਹਾਨੂੰ ਆਮ ਉੱਦਾਂ ਲੋੜ ਨਹੀਂ ਹੁੰਦੀ, ਤੇ ਉਹ ਤੁਹਾਨੂੰ ਸਹੀ ਗਾਈਡ ਕਰਕੇ ਤੁਹਾਡਾ ਕਈ ਬੈਨੀਫਿਟ ਕਰ ਸਕਦਾ, ਭਾਵੇਂ ਉਹ ਰੀਅਲ ਸਟੇਟ ਪ੍ਰੋਫੈਸ਼ਨਲ ਆ, ਚਾਹੇ ਮੌਰਗੇਜ ਵਾਲਾ ਹੈਗਾ, ਚਾਹੇ ਇੰਸ਼ੋਰੈਂਸ ਵਾਲਾ, ਚਾਹੇ ਬੈਂਕਿੰਗ ਵਾਲਾ, ਇਨਵੈਸਟਮੈਂਟ ਵਾਲਾ, ਲਾਇਰ ਆ, ਅਕਾਊਂਟੈਂਟ ਆ, ਤੇ ਕੋਈ ਡਾਕਟਰ ਹੈਗਾ। ਤੇ ਇਸ ਕਰਕੇ ਟਰਾਈ ਕਰੋ ਵੀ ਆਪਾਂ ਸਹੀ ਐਡਵਾਈਸ ਲਈਏ ਤੇ ਤਾਂ ਕਿ ਆਪਾਂ ਨੂੰ ਕੋਈ ਨੁਕਸਾਨ ਨਾ ਹੋਵੇ। ਤੇ ਮੈਨੂੰ ਆਸ ਹੈ ਤੁਹਾਨੂੰ ਇਹ ਗੱਲਬਾਤ ਵਧੀਆ ਲੱਗੂਗੀ, ਤੇ ਜੇ ਵਧੀਆ ਲੱਗੇ ਤਾਂ ਜ਼ਰੂਰ ਦੂਜਿਆਂ ਨੂੰ ਸ਼ੇਅਰ ਕਰੋ, ਕਿਉਂਕਿ ਇਹ ਇਨਫੋਰਮੇਸ਼ਨ ਵੱਧ ਤੋਂ ਵੱਧ ਲੋਕਾਂ ਨੂੰ ਲੋੜ ਹੈਗੀ ਆ। ਤੇ ਮੈਨੂੰ ਪਤਾ ਇਸ ਇਨਫੋਰਮੇਸ਼ਨ ਦੀ ਘਾਟ ਕਰਕੇ ਬਹੁਤ ਲੋਕ ਅਕਸਰ ਸਫਰ ਕਰਦੇ ਰਹਿੰਦੇ ਆ। ਇਹਨਾਂ ਸ਼ਬਦਾਂ ਨਾਲ ਤੁਹਾਡਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ। Subscribe and click the bell icon for the latest